ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿ ਨਿਰਮਲ ਕਰਨੀ। ਸਾਧ ਸੰਗਤ ਕੇ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਜਿਉ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਸਿੰਘ ਬੁਕੇ ਮਿਰਗਾਵਲੀ, ਪੰਨੀ ਜਾਏ ਨ ਧੀਰ ਤੁਰ ਹੋਆ। ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਨ ਥਾਪਨ ਸੋਆ। ਸਿੱਧ ਆਸਨ ਸਭ ਜਗਤ ਦੇ, ਨਾਨਕ ਆਦਮ ਤੇਜੇ ਕੋਆ। ਕਰ ਕਰ ਅੰਦਰ ਧਰਮਸਾਲ, ਹੋਵੈ ਕੀਰਤਨ ਸਦਾ ਵਿਸੋਆ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਆ। ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਜੁਗੋ ਜੁਗ ਅਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਅਜ਼ਮਤ ਬਖਸ਼ਿਸ਼ ਨਵਾਜ਼ਿਸ਼ ਹੈ। 551 551ਵਾਂ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ, ਪਾਵਨ ਪ੍ਰਕਾਸ਼ ਪੁਰਬ ਸਾਨੂੰ ਮਨਾਉਣ ਦਾ ਇਹ ਸ਼ੁਭ ਅਵਸਰ ਪ੍ਰਾਪਤ ਹੋਇਆ ਹੈ। ਜਿੱਥੇ ਜਿੱਥੇ ਕੁੱਲ ਦੁਨੀਆ ਦੇ ਵਿੱਚ ਨਾਨਕ ਪ੍ਰਸਤਰਾਂ, ਨਾਨਕ ਨਾਮ ਲੇਵਾ ਸੰਗਤਾਂ ਮੌਜੂਦ ਨੇ, ਉਹ ਆਪਣੀ ਅਕੀਦਤ, ਆਪਣੀ ਸ਼ਰਧਾ, ਆਪਣੀ ਆਸਥਾ, ਆਪਣੇ ਡਿਵੋਸ਼ਨਲ ਇਮੋਸ਼ਨਸ ਜਿਹੜੇ ਨੇ, ਉਹਨਾਂ ਨੂੰ ਆਪਣੇ ਗੁਰੂ ਬਾਬਾ ਜੀ ਦੇ ਚਰਨਾਂ 'ਤੇ ਅਰਪਿਤ ਕਰ ਰਹੇ ਨੇ। ਸਾਨੂੰ ਵੀ ਸਬੱਬ ਬਣਿਆ ਇਸ GTA ਦੇ ਗਿਰਦੇ ਰਵਾਨ ਦੇ ਵਿੱਚ ਇਲਾਕੇ 'ਚ ਰਹਿੰਦਿਆਂ ਹੋਇਆਂ ਸਿੱਖ ਸਪਿਰਿਚੁਅਲ ਸੈਂਟਰ ਟੋਰਾਂਟੋ ਵਿਖੇ 9 ਕੈਰੀਅਰ ਡਰਾਈਵ ਦੀ ਇਸ ਇਮਾਰਤ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਸਾਬਾ ਨੂੰ ਮੰਡਿਤ ਕਰਦਿਆਂ ਹੋਇਆਂ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾ ਦੇ ਅਧੀਨ ਅਸੀਂ ਪਾਵਨ ਗੁਰਪੁਰਬ ਦੇ ਇਸ ਮੌਕੇ ਨੂੰ, ਇਸ ਮਾਹੌਲ ਨੂੰ, ਸਮੇਂ ਨੂੰ ਮਾਣ ਰਹੇ ਹਾਂ। ਭਾਵੇਂ ਕਿ COVID-19 ਸਦਕਾ ਸਾਡੀ ਸੰਗਤ ਵਰਚੁਅਲ ਹੈ, ਪਰ ਇਹਦੇ ਨਾਲ ਆਪਣੀ ਅਕੀਦਤ ਅਦਾ ਕਰਨ ਵਾਸਤੇ ਜੋ ਗਾਈਡਲਾਈਨਸ ਨੇ, ਉਹਦੇ ਅਕੋਰਡਿੰਗਲੀ ਇੱਕ ਇੱਕ ਕਰਕੇ ਸੰਗਤ ਦੇ ਜੀ ਗੁਰੂ ਕੇ ਹਜ਼ੂਰ ਆ ਵੀ ਰਹੇ ਨੇ। ਉਹਨਾਂ ਨੂੰ ਵੀ ਜੀ ਆਇਆਂ ਨੂੰ। ਨਾਲ ਹੀ ਗੁਰੂ ਬਾਬਾ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀ ਬਾਤ 3 ਰੋਜ਼ ਪਹਿਲਾਂ, ਜਿਸ ਦਿਨ ਅਖੰਡ ਪਾਠ ਸਾਹਿਬ ਪ੍ਰਾਰੰਭ ਹੁੰਦੇ ਨੇ ਸੈਚਰਡੇ ਨੂੰ, ਫਰਾਈਡੇ ਸ਼ਾਮ ਅਸੀਂ ਬਾਤ ਪ੍ਰਾਰੰਭ ਕੀਤੀ ਸੀ। ਉਸੇ ਬਾਤ ਨੂੰ ਅੱਗੇ ਤੋਰਦੇ ਹਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਪਾਵਨ ਵਾਰ ਦੀ ਪੌੜੀ, ਮੁਕਾਮੀ ਸੰਦੇਸ਼, ਜਿਹਦੇ 'ਚੋਂ ਜ਼ਿਕਰ ਕਰ ਰਹੇ ਸੀਗੇ ਕਿ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਵਾ। ਇੱਥੋਂ ਹੀ ਬਾਤ ਸ਼ੁਰੂ ਕਰਦੇ ਹਾਂ। ਮੈਂ ਸਮਝਦਾ ਗੁਰੂ ਨਾਨਕ ਸਾਹਿਬ ਦੀ ਬਾਤ ਏਡੀ ਵੱਡੀ ਹੈ, ਏਡੀ ਆਲਮੀ ਹੈ, ਏਡੀ ਅਲਾਹੀ ਹੈ, ਏਡੀ ਅਗੰਮੀ ਹੈ। ਮੁਝ ਖਾਦਿਮ, ਮੁਝ ਅਦਨੇ ਵਰਗੇ ਇਨਸਾਨ ਤੋਂ ਸ਼ਾਇਦ ਉਹ ਕਰਨ ਦੀ ਸਮਰੱਥਾ ਵੀ ਨਹੀਂ, ਪਰ ਗੁਰੂ ਅਸੀਸ ਬਖਸ਼ੇ ਕੁਝ ਅਸੀਂ ਉਹਨਾਂ ਦੇ ਜੀਵਨ ਰਿਸ਼ਮਾ, ਕੁਝ ਸੰਦੇਸ਼, ਕੁਝ ਗੁਰਬਾਣੀ ਦਾ ਹਵਰਨ ਅਤੇ ਅੱਜ ਦੇ ਜੋ ਮੌਜੂਦਾ ਸਮਾਂ ਹੈ, ਇਹਦੇ ਮਾਹੌਲ ਦੇ ਮੁਤਾਬਕ ਜੋ ਸਾਨੂੰ ਸੇਧ ਮਿਲਦੀ, ਉਹਦੀ ਬਾਤ ਕਰਦਿਆਂ ਹੋਇਆਂ ਅਸੀਂ ਅਗਲਾ ਸਮਾਂ ਬਤੀਤ ਕਰਾਂਗੇ। ਸੋ ਆਓ ਮੁਝ ਖਾਦਮ ਨੂੰ ਕੁਝ ਕਹਿਣ ਦੀ ਇਜਾਜ਼ਤ ਬਖਸ਼ਦੇ ਹੋਏ ਇੱਕ ਵਾਰ ਸਭ ਪ੍ਰੇਮ ਫਤਿਹ ਬੁਲਾਉਣੀ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਵਾ। ਮੈਂ ਬਾਤ ਕਰ ਰਿਹਾ ਸੀਗਾ ਗੁਰੂ ਨਾਨਕ ਸਾਹਿਬ ਜੀ ਦੇ ਉਸ ਸਮੇਂ ਨੂੰ, ਤੁਸੀਂ ਦੌਰ ਨੂੰ ਯਾਦ ਕਰੋ। 1469 ਜਿਹੜੀ ਹਿਸਟਰੀ ਹੈ, ਜਿਹੜੀ ਇਤਿਹਾਸ ਹੈ, ਤਾਰੀਖ ਹੈ, ਜਿਹੜੀ ਤਵਾਰੀਖ ਹੈ ਸਾਰੀ, ਇਹਦੇ ਵਿੱਚ ਸਭ ਕੁਝ ਹੀ ਲੁਕਿਆ ਪਿਆ ਹੁੰਦਾ ਆ। ਇਹਨੂੰ ਤੁਸੀਂ ਥੋੜ੍ਹਾ ਜਿਹਾ ਇੱਕ ਨਜ਼ਰ ਮਾਰ ਕੇ ਦੇਖਦੇ ਹੋ, ਤੁਹਾਨੂੰ ਹਰ ਚੀਜ਼ ਸ਼ੀਸ਼ੇ ਦੀ ਤਰ੍ਹਾਂ ਸਾਫ਼ ਨਜ਼ਰ ਆਉਣੀ ਪੈਣੀ ਸ਼ੁਰੂ ਹੋ ਜਾਂਦੀ ਹੈ। ਧੰਨ ਗੁਰੂ ਨਾਨਕ ਸਾਹਿਬ, ਜਿਨ੍ਹਾਂ ਦੀ ਜੀਵਨ ਆਭਾ ਜਦੋਂ ਪ੍ਰਾਰੰਭ ਹੋ ਰਹੀ ਹੈ,
ਤੇ ਉਸ ਵਕਤ ਅਸੀਂ ਪੰਜਾਬ ਤੇ ਦੀ ਆਲੇ ਦੁਆਲੇ ਦੀ ਗਿਰਦੇ ਰਵਾਨ ਦੇ ਵਿੱਚ ਦੇ ਫਿਜ਼ਾਂ ਦੇ ਵਿੱਚ ਦੇਖਦੇ ਹਾਂ ਹਾਲਾਤ ਕੀ ਨੇ। ਜਿਹੜੇ ਸ਼ਬਦ ਪੜ੍ਹੇ ਨਾ, ਕਲਕਾਤੀ ਰਾਜੇ ਕਾਸਾਈ ਧਰਮ ਪੰਖ ਕਰ ਉੱਡ ਰਿਹਾ, ਐਗਜ਼ੈਕਟਲੀ ਇਸ ਹਾਲਤ ਨੂੰ ਗੁਰੂ ਬਾਬਾ ਜੀ ਨੇ ਬਾਣੀ 'ਚ ਜਿਵੇਂ ਬਿਆਨ ਕੀਤਾ ਹੈ, ਉਸ ਰੂਪ ਨੂੰ ਸਾਰਿਆਂ ਨੂੰ ਅਸੀਂ ਵੇਖ ਰਹੇ ਹਾਂ ਉਹਦੇ 'ਚ ਕਿ ਚਾਰ ਚਪੇਰੇ ਮਾਨਵਤਾ ਤਰਾ ਤਰਾ ਕਰ ਰਹੀ ਹੈ। ਤੇ ਇਸ ਤਰਾ ਤਰਾ ਕਰਦੀ ਮਾਨਵਤਾ ਦੇ ਕੋਲ ਐਸਾ ਕੋਈ ਬਾਤ ਨਹੀਂ ਅਸੀਂ ਕਹਿ ਦਈਏ ਕਿ ਉਹਨਾਂ ਕੋਲ ਕਿਸ ਚੀਜ਼ ਦੀ ਕਮੀ ਹੈ। ਆਪਾਂ ਗੱਲ ਕਰਦੇ ਹਾਂ ਧਰਮ ਦੀ, ਲੋਕੀ ਤੇ ਧਰਮਾਂ ਦੇ ਨਾਂ ਤੇ ਲੜ ਰਹੇ ਨੇ, ਧਰਮਾਂ ਦੇ ਨਾਂ ਦੇ ਤੇ ਝਗੜੇ ਹੋ ਰਹੇ ਨੇ ਉਸ ਵਕਤ ਵੀ। ਤੇ ਇਹ ਵੀ ਨਹੀਂ ਕਿ ਇਕੱਲਾ ਧਰਮ ਦੇ ਵਾਸਤੇ ਕੋਈ 2-4 ਬੰਦੇ 10 ਬੰਦੇ ਮੰਨਣ ਵਾਲੇ ਹੋਣਗੇ। ਅੱਜ ਨਾਲੋਂ ਵੀ ਕਿਤੇ ਵੱਧ ਤੀਰਥਾਂ ਤੇ ਭੀੜ ਹੈ, ਹਾਜੀਆਂ ਦੀਆਂ ਭੀੜਾਂ ਨੇ, ਮਸੀਤ ਮੰਦਰ ਦਿਵਾਲੇ ਹਰ ਜਗ੍ਹਾ ਤੇ ਚਾਰ ਚੁਫੇਰੇ ਹਰ ਚੀਜ਼ ਮੌਜੂਦ ਤੇ ਮੁਯੱਸਰ ਹੈ। ਪਰ ਮਨੁੱਖਾ ਜ਼ਿੰਦਗੀ ਦੇ ਵਿੱਚ ਕੋਈ ਚੜ੍ਹਦੀ ਕਲਾ ਨਹੀਂ, ਕੋਈ ਇਹੋ ਜਿਹੀ। ਦੇਖੋ ਬੱਚਿਆਂ ਨੂੰ ਮੈਂ ਕਈ ਵਾਰੀ ਚੀਜ਼ਾਂ ਨੂੰ ਸਮਝਾਉਣਾ, ਖਾਸ ਕਰਕੇ ਜਦੋਂ ਉਹਨਾਂ ਨਾਲ ਇੰਟਰੈਕਸ਼ਨ ਹੁੰਦੀ ਸਾਡੀ ਯੰਗਸਟਰਸ ਦੇ ਨਾਲ। ਸਮ ਟਾਈਮ ਦੇ ਆਸਕ ਮੀ, ਓਕੇ what Sikhi has given us differently in this world, what Baba Nanak ji has done in this world, what is the contribution our gurus has actually put in this world। ਇਹੋ ਜਿਹੇ ਸਵਾਲਾਤ ਤੋਂ ਪੁੱਛਦੇ। ਮੈਂ ਕਹਿੰਦਾ ਬਹੁਤ ਸਿੰਪਲ ਹੈ। ਅੱਜ ਦੀ ਦੁਨੀਆ 'ਤੇ ਇੰਨਾ ਆਸਾਨ ਹੈ ਚੀਜ਼ਾਂ ਨੂੰ ਕੰਟਰਾਸਟ ਕਰਕੇ ਦੇਖਣਾ ਕਿ ਤੁਹਾਨੂੰ ਕਿਸੇ ਤੋਂ ਪੁੱਛਣ ਦੀ ਵੀ ਲੋੜ ਨਹੀਂ। ਸਿਰਫ ਉਹਨਾਂ ਨੂੰ ਮੈਂ ਕਈ ਵਾਰੀ ਕਹਿੰਦਾ, ਮੇਰੀ ਗੱਲ ਮੰਨੋ, ਇੱਕ ਛੋਟਾ ਜਿਹਾ ਪੇਪਰ ਲੈ ਲਓ, ਜਸਟ ਵਾਈਟ ਕਲੀਨ ਪੇਪਰ ਜਿਹੜਾ ਹੈਗਾ ਐਮਪਟੀ ਪੇਪਰ, ਅਤੇ ਇੱਕ ਪੈਨਸਿਲ ਲੈ ਲਓ। ਉਹਦੇ ਉੱਤੇ ਮੇਰੇ ਕਹੇ ਦੇ ਮੁਤਾਬਕ ਤੁਸੀਂ ਇੱਕ ਚੀਜ਼ ਲਿਖੋ, ਪੰਜਾਬ ਬਿਫੋਰ 1469, ਇਹ ਲਿਖੋ। ਜਾਂ ਤੁਸੀਂ ਲਿਖੋ ਸਾਊਥ ਏਸ਼ੀਆ ਬਿਫੋਰ 1469। ਫਿਰ ਤੁਸੀਂ ਲਿਖੋ ਪੰਜਾਬ ਜਾਂ ਸਾਊਥ ਏਸ਼ੀਆ ਆਫਟਰ 1469। ਤੁਹਾਨੂੰ ਫਰਕ ਨਜ਼ਰ ਪਏਗਾ। ਉਸ ਖਿੱਤੇ ਦੇ ਵਿੱਚ, ਉਸ ਇਲਾਕੇ ਦੇ ਵਿੱਚ, ਉਸ ਜਗ੍ਹਾ ਦੇ ਉੱਤੇ ਗੁਰੂ ਬਾਬਾ ਜੀ ਨੇ ਕੀਤਾ ਕੀ ਹੈ, ਗੁਰੂ ਬਾਬਾ ਜੀ ਨੇ ਦਿੱਤਾ ਕੀ ਹੈ, ਇਸ ਸਾਰੇ ਦਾ ਅਹਿਸਾਸ ਤੁਹਾਨੂੰ ਬਿਲਕੁਲ ਨਜ਼ਰਿਆਬ ਹੋ ਜਾਏਗਾ। ਜਿਹੜੀ ਬਾਤ ਕਹੀ ਕਿ ਸਤਿਗੁਰੂ ਨਾਨਕ ਪ੍ਰਗਟਿਆ, ਧਰਤੀ ਤੇ ਹਰ ਚੀਜ਼ ਮੌਜੂਦ ਸੀ। ਜਿਵੇਂ ਕਈ ਵਾਰੀ ਚੀਜ਼ਾਂ ਲੋਕ ਇਹ ਵੀ ਕਹਿ ਦੇਣਗੇ ਜੀ ਬਾਬਾ ਜੀ ਤੇ ਇੱਕ ਪੁਰਾਣੇ ਚੱਲੇ ਆ ਰਹੇ ਸਨਾਤਨੀ ਧਰਮ ਵਿੱਚ ਪੈਦਾ ਹੋਏ, ਫਿਰ ਇਹਨਾਂ ਦੇ ਮਾਂ ਬਾਪ ਆ ਸੀਗੇ, ਸਾਰੀਆਂ ਚੀਜ਼ਾਂ ਉਸੇ ਰਵਾਇਤ ਵਿੱਚ ਆ ਰਹੀਆਂ ਨੇ। ਮੈਂ ਇਸ ਤਰ੍ਹਾਂ ਬੇਨਤੀ ਕਰਦਾ ਹਾਂ, ਮਿੱਟੀ ਹੈ, ਹਵਾ ਆ, ਪਾਣੀ ਹੈ, ਜਿੰਨੇ 5 ਤੱਤ ਨੇ ਧਰਤੀ ਜਿਹਦੇ ਨਾਲ ਇਹ ਸਾਰੀ ਕਾਇਨਾਤ ਚੱਲ ਰਹੀ ਹੈ, ਇਹ ਤੇ ਸਦੀਆਂ ਸਦੀਆਂ ਤੋਂ ਮੌਜੂਦ ਤੇ ਮੁਯੱਸਰ ਨੇ। ਪਰ ਵਕਤ ਦੇ ਨਾਲ ਇਸੇ ਮਿੱਟੀ ਦਾ ਰੂਪ ਵਟਾ ਕੇ ਕੁਝ ਹੋਰ ਚੀਜ਼ ਬਣਦੀ ਹੈ। ਜਿਨ੍ਹਾਂ ਦੀ ਕਲਾ ਆ, ਜਿਨ੍ਹਾਂ ਦੇ ਕੋਲ, ਉਹ ਇਸੇ ਮਿੱਟੀ ਨੂੰ, ਪਾਣੀ ਨੂੰ, ਅੱਗ ਨੂੰ, ਹਵਾ ਨੂੰ ਯੂਜ਼ ਕਰਕੇ ਇੱਕ ਨਵੀਂ ਚੀਜ਼, ਨਵੀਂ ਉਮੰਗ, ਨਵਾਂ ਰੰਗ, ਨਵਾਂ ਉਹ ਢੰਗ ਜਿਹੜਾ ਹੈਗਾ ਉਹਦੀ ਉਤਪੱਤੀ, ਉਸ ਉਤਪੱਤੀ ਨੂੰ ਕਰਕੇ ਸਾਡੇ ਸਾਹਮਣੇ ਵਿਖਾ ਦਿੰਦੇ, ਸਾਨੂੰ ਲੈ ਆਉਂਦੇ ਉਸ ਰੂਪ ਦੇ ਵਿੱਚ। ਗੁਰੂ ਨਾਨਕ ਸਾਹਿਬ ਜਦੋਂ ਇਸ ਕਾਇਨਾਤ ਦੇ ਵਿੱਚ ਆਮਦ ਲੈ ਰਹੇ ਨੇ ਤੇ ਉਹਨਾਂ ਦਾ ਪ੍ਰਗਟ ਹੋਣਾ ਆ, ਇਹਦੇ 'ਚ ਕਰਤਾਰੀ ਕੁਦਰਤ ਦੇ 'ਚ ਇੱਕ ਪੋਸੀਬਿਲਿਟੀ ਪਈ ਹੈ। ਇੱਥੇ ਗੁਰੂ ਬਾਬਾ ਜੀ ਆਪ ਜ਼ਿਕਰ ਕਰਦੇ ਕਿ ਜਿਹੜਾ ਸੱਚ ਆ ਇਹ ਕਦੀ ਮਰਦਾ ਨਹੀਂ ਗਾ। ਕੂੜ ਨਿਖੁੱਟਸ ਨਾਨਕਾ ਔੜਕ ਸੱਚ ਰਹੇ। ਕੂੜ ਵਕਤੀ ਤੌਰ ਤੇ ਲੱਗਦਾ ਆ, ਜਿਵੇਂ ਗੁਰੂ ਸਾਹਿਬ ਨੇ ਆਪਣੀ ਬਾਣੀ 'ਚ ਬਿਆਨ ਕੀਤਾ ਵੀ ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀ, ਕਹਿ ਚੜਿਆ ਹਉ ਭਾਲ ਵਿਕੁੰਨੀ ਹੋਈ, ਆਂਧੇਰਾ ਰਾਹ ਨਾ ਕੋਈ। ਕੂੜ ਅਮਾਵਸ ਸੱਚ ਚੰਦਰਮਾ, ਕਹਿੰਦੇ ਕੂੜ ਦੀ ਮੱਸਿਆ ਵਰਗੀ ਕਾਲੀ ਬੋਲੀ ਰਾਤ, ਹੱਥ ਪਸਾਰਿਆਂ ਨਜ਼ਰ ਨਹੀਂ ਪੈਂਦਾ ਕਿਸੇ ਰੂਪ ਦੇ ਵਿੱਚ ਵੀ। ਇਹ ਸੱਚਾਈ ਹੈ। ਮਨੁੱਖਤਾ ਤੋਂ ਜਦੋਂ ਗਿਰ ਜਾਂਦਾ ਆ, ਉਸ ਨੂੰ ਧਰਮ, ਸਿਆਸਤ, ਸਮਾਜ, ਕੋਈ ਵੀ ਚੀਜ਼ ਜਿਹੜੀ ਹੈ ਉਹ ਕਿਸੇ ਤਰੀਕੇ ਨਾਲ ਕੋਈ ਜੰਬੁਸ਼ ਨਹੀਂ ਦੇ ਸਕਦੀ, ਹੁਲਾਰਾ ਨਹੀਂ ਦੇ ਸਕਦੀ, ਉਹਨੂੰ ਕੋਈ ਕਿਸੇ ਤਰੀਕੇ ਨਾਲ ਵੀ ਬੂਸਟ ਨਹੀਂ ਦੇ ਸਕਦੀ ਅੰਟਿਲ ਕੋਈ ਵੱਡੇ ਲੈਵਲ ਤੇ ਕੁਝ ਜਿਹੜੀ ਹੈ ਕਰਤਾਰੀ ਰਚਨਾ ਦਾ ਕੁਝ ਹੁਕਮ, ਇਸ ਕਿਸਮ ਦਾ ਵਿਧੀ ਦਾ ਵਿਧਾਨ ਆਵੇ ਤੇ ਚੀਜ਼ਾਂ ਦੇ 'ਚ ਇੱਕ ਨਵੀਂ ਰੌਣਕ ਜਿਹੜੀ ਉਹ ਪੈਦਾ ਹੋਏ। ਗੁਰੂ ਨਾਨਕ ਸਾਹਿਬ ਇਸ ਰੂਪ ਵਿੱਚ ਆਏ। ਜਿਵੇਂ ਚੜੀ ਹੋਈ ਧੁੰਦ ਨੂੰ ਉਤਾਰਨ ਲਈ ਦੀਵੇ, ਬੱਤੀਆਂ, ਮਸ਼ਾਲਾਂ, ਹੋਰ ਹਰ ਤਰ੍ਹਾਂ ਦੀ ਰੌਸ਼ਨੀ ਉਹਨਾਂ ਦੇ ਸਾਹਮਣੇ ਛੋਟੀ ਪੈ ਜਾਂਦੀ ਹੈ। ਹਾਂ, ਜੇ ਕੁਦਰਤ ਤਰਸ ਕਰੇ
ਤੇ ਦਗ ਦਗ ਬਲਦਾ ਹੋਇਆ ਸੂਰਜ ਅਸਮਾਨੀ ਚੜ੍ਹੇ ਤੇ ਚੜ੍ਹੇ ਹੋਏ ਸੂਰਜ ਦੀ ਆਭਾ ਦੇ ਨਾਲ, ਉਹਦੀ ਰੌਸ਼ਨੀ ਦੇ ਨਾਲ, ਉਹਦੀ ਗਰਮਾਇਸ਼ ਦੇ ਨਾਲ ਜਿਹੜੀ ਧੁੰਦ ਆ ਉਹ ਛੱਟਦੀ ਹੈ, ਉਹ ਥੱਲੇ ਡਿੱਗਦੀ ਹੈ ਧਰਤੀ ਦੇ ਉੱਤੇ ਇਸ ਰੂਪ ਦੇ ਵਿੱਚ। ਸੋ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਵਾ। ਫਿਰ ਜਗਤ ਵਿੱਚ ਇੱਕ ਰੌਸ਼ਨੀ, ਤੇ ਉਹ ਰੌਸ਼ਨੀ ਗੁਰੂ ਬਾਬਾ ਜਿਸ ਧਰਤੀ ਤੇ ਲੈ ਕੇ ਆਏ ਸ਼ਬਦ ਦੇ ਰੂਪ ਦੇ ਵਿੱਚ। ਮੈਂ ਜਨਮ ਸਾਖੀ 'ਚ ਕੁਝ ਵੇਰਵੇ ਦੇਵਾਂ ਤੇ ਜਨਮ ਸਾਖੀ ਦੇ ਵਿੱਚ ਜਦੋਂ ਪਾਂਧਾ ਹਰਦਾਸ ਆਉਂਦਾ ਆ, ਪੁੱਛਦਾ ਆ ਖਾਸ ਕਰਕੇ ਦਾਈ ਨੂੰ, ਪਹਿਲਾਂ ਤੇ ਉਹ ਬਾਬਾ ਮਹਿਤਾ ਕਾਲੂ ਜੀ ਨੂੰ ਪੁੱਛਦਾ ਆ ਕਿ ਜੋ ਤੁਹਾਡਾ ਬਾਲਕ ਤੁਹਾਡੇ ਘਰ ਦੇ ਵਿੱਚ ਆਮਦ ਲਈ ਹੈ, ਮੈਂ ਪੁੱਛਣਾ ਚਾਹੁੰਦਾ ਕਿ ਉਹ ਬਾਲਕ ਸ਼ਬਦ ਕੀ ਲੈ ਕੇ ਆਇਆ। ਇਹ ਲਫ਼ਜ਼ ਨੇ, ਐਗਜ਼ੈਕਟ ਇਹ ਵਰਡ ਨੇ, ਸ਼ਬਦ ਕੀ ਲੈ ਕੇ ਆਇਆ। ਬਾਬਾ ਕਲਿਆਣ ਮਹਿਤਾ ਕਲਿਆਣ ਦਾਸ ਜੀ, ਮਹਿਤਾ ਕਾਲੂ ਜੀ, ਉਹ ਬਾਤ ਪਕੜਦੇ ਨਹੀਂ ਤੇ ਉਹ ਕਹਿੰਦੇ ਕਿ ਮੈਨੂੰ ਤੇ ਇਸ ਬਾਬਤ ਕੁਝ ਨਹੀਂ ਜਾਣਕਾਰੀ। ਹਾਂ, ਦਾਈ ਦੌਲਤਾਂ ਨੂੰ ਪੁੱਛਿਆ ਜਾ ਸਕਦਾ ਹੈ। ਦਾਈ ਦੌਲਤਾਂ ਨੂੰ ਬੁਲਾਇਆ ਗਿਆ ਤੇ ਉਹਨੂੰ ਫਿਰ ਪੁੱਛਿਆ ਗਿਆ ਕਿ ਇਹ ਜੋ ਬਾਲਕ ਆਇਆ ਇਹ ਸ਼ਬਦ ਕੀ ਲੈ ਕੇ ਆਇਆ। ਹੁਣ ਇਹ ਜਿਹੜੀ ਚੀਜ਼ ਜਨਮ ਸਾਖੀ ਵਾਲਾ ਲਿਖ ਰਿਹਾ ਹੈਗਾ, ਇਸ ਨੂੰ ਤੁਸੀਂ ਇੱਕ ਪਹੇਲੀ ਦੇ ਰੂਪ ਵਿੱਚ ਕਹੀ ਗਈ ਬਾਤ ਸਮਝੋ ਕਿ ਗੱਲ ਕੀ ਹੋ ਰਹੀ ਹੈ। ਐਕਚੁਅਲੀ ਜਨਮ ਸਾਖੀ ਲਿਖਣ ਵਾਲਾ ਵੀ ਇਹ ਬਾਤ ਅਹਿਸਾਸ ਥਾਇਆ, ਗੁਰੂ ਨਾਨਕ ਸ਼ਬਦ ਦੀ ਆਮਦ ਨਾਲ ਲੈ ਕੇ ਆਇਆ। ਤੇ ਉਹ ਸ਼ਬਦ, ਜਿਵੇਂ ਜੇ ਹੁਣੇ ਵੀਰ ਜੀ ਕਹਿ ਰਹੇ ਸੀਗੇ, ਗੁਰੂ ਨਾਨਕ ਸਾਹਿਬ ਜੀ ਦੇ 3 ਗੋਲਡਨ ਰੂਲਸ ਅਸੀਂ ਬੱਚਿਆਂ ਨੂੰ ਕਈ ਵਾਰ ਪੜ੍ਹਾਉਂਦੇ ਹਾਂ ਕਿ ਜਿਹਦੇ 'ਚ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਇਹ ਕੌਨਸੈਪਟ ਜਿਹੜਾ ਆ ਇਸ ਰੂਪ ਦੇ ਵਿੱਚ। ਹੁਣ ਇਹ ਸ਼ਬਦ ਇਹ ਸਾਰੀ ਮਾਨਵਤਾ ਲਈ ਸੰਦੇਸ਼ ਆ। ਕਿਰਤ ਕਰੋ, ਐਫਰਟਫੁਲ ਹੋਵੋ, ਉਦਮੀ ਹੋਵੋ, ਪ੍ਰਯਾਸਰਤ ਹੋਵੋ। ਧਰਤੀ ਤੇ ਬੰਦਾ, ਦੇਖੋ ਕੁਦਰਤ ਦੇ ਇੱਕ ਵੱਡੇ ਨਿਯਮ ਨੂੰ ਦੇਖੋਗੇ ਤੁਸੀਂ, ਇਹ ਸਾਰਾ ਕੁਦਰਤ ਦਾ ਨਿਯਮ ਇੱਕ ਈਕੋਸਿਸਟਮ ਨਾਲ ਚੱਲਦਾ ਆ। ਉਹ ਜਿਹੜਾ ਈਕੋਸਿਸਟਮ ਹੈਗਾ ਆ, ਉਹਦੇ ਵਿੱਚ ਹਰ ਇੱਕ ਜੋ ਕੋਈ ਵੀ ਇੱਥੇ ਕੁਦਰਤ ਨੇ ਕਿਸੇ ਰੂਪ ਨੂੰ ਬਣਾਇਆ ਹੈ, ਉਹਦੇ ਤੋਂ ਕੁਝ ਨਾ ਕੁਝ ਕੰਟਰੀਬਿਊਟ ਕਰਾ ਰਹੀ ਹੈ ਕੁਦਰਤ। ਉਹ ਭਾਵੇਂ ਦਰਖਤ ਆ, ਭਾਵੇਂ ਉਹ ਛੋਟੇ ਛੋਟੇ ਪਲਾਂਟ ਨੇ, ਭਾਵੇਂ ਛੋਟੇ ਛੋਟੇ ਕੀਟ ਮਕੌੜ ਨੇ, ਤੁਸੀਂ ਹਰ ਚੀਜ਼ ਨੂੰ ਦੇਖੋ। ਇੱਕ ਛੋਟਾ ਜਿਹਾ ਕੀੜਾ ਜਿਹੜਾ ਧਰਤੀ ਦੇ 'ਚ ਪੈਦਾ ਹੋ ਰਿਹਾ ਹੈਗਾ, ਉਹ ਵੀ ਕੰਟਰੀਬਿਊਟ ਕਰ ਰਿਹਾ, ਕੰਪੋਜ਼ਡ ਖਾਦ ਬਣਾ ਰਿਹਾ ਹੈਗਾ। ਗੰਡੋਏ ਤੁਸੀਂ ਦੇਖੋ ਛੋਟੇ ਛੋਟੇ ਕੀੜੀਆਂ, ਉਹ ਵੀ ਆਪਣਾ ਕੰਟਰੀਬਿਊਸ਼ਨ ਪਾ ਰਹੀਆਂ ਧਰਤੀ ਦੇ ਉੱਤੇ। ਅੱਜ ਤੇ ਸਾਡੀ ਬੜਾ ਸਾਇੰਟੀਫਿਕਲੀ ਲੋਕਾਂ ਨੂੰ ਇਹਦੇ ਬਾਰੇ ਅਵੇਅਰਨੈਸ ਆ ਗਈ ਹੈਗੀ ਏ। ਦਰਖਤਾਂ ਦਾ, ਪਲਾਂਟਸ ਦਾ, ਪੇੜ ਪੌਦਿਆਂ ਦਾ ਕਿੰਨਾ ਕੰਟਰੀਬਿਊਸ਼ਨ ਹੈਗਾ। ਇਹ ਸਾਰੇ ਤੇ ਗੁਰਬਾਣੀ ਨੂੰ ਅਸੀਂ ਇਸ ਰੂਪ ਵਿੱਚ ਵੀ ਪੜ੍ਹਦੇ ਹਾਂ, ਦਰਵੇਸ਼ੀ ਨੂੰ ਲੋੜੀਏ ਰੁੱਖਾਂ ਦੀ ਜ਼ਰਾਨ। ਜਿਹੜੀ ਦਰਵੇਸ਼ਗੀ, ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜ਼ਰਾਨ। ਜਿਹੜੀ ਦਰਵੇਸ਼ਗੀ ਹੈ ਇਹ ਰੁੱਖਾਂ ਦੇ ਵਿੱਚੋਂ ਵੀ ਸਮਝ ਆਉਂਦੀ ਹੈ। ਰੁੱਖਾਂ ਦੇ ਵਿੱਚੋਂ, ਹਾਂ ਭਾਈ ਤੁਸੀਂ ਦੇਖੋ ਟਰੀਜ਼ ਨੇ, ਹੁਣ ਟਰੀਜ਼ ਦਾ ਕੰਟਰੀਬਿਊਸ਼ਨ ਦੇਖੋ ਤੁਸੀਂ ਕਿਸ ਤਰੀਕੇ ਦਾ ਆ। ਟਰੀਜ਼ ਜਿਹੜੇ ਨੇ ਇਹ ਪਾਣੀ ਨਾਲ ਪਲਦੇ ਨੇ। ਤੇ ਆਪ ਦੇਖੋ ਜਦੋਂ ਅਸੀਂ ਬੋਟੈਨਿਕ ਸਾਇੰਸਿਸ ਵਗੈਰਾ ਨੂੰ ਪੜ੍ਹਦੇ ਹਾਂ ਤੇ ਪਤਾ ਲੱਗਦਾ ਹੈ, ਇੱਥੇ ਸਭ ਕੁਝ ਡਾਟਾ ਬੇਸਡ ਹੈਗਾ ਕਿ ਕੋਈ ਵੀ ਟਰੀ ਹੈਗਾ, ਦਰਖਤ ਹੈਗਾ, ਉਹ ਜਿੰਨਾ ਉਹਨੂੰ ਪਾਣੀ ਪਾਇਆ ਜਾਂਦਾ ਆ, ਉਹਦਾ ਸਿਰਫ 1% ਆਪਣੀ ਗਰੋਥ ਤੇ ਯੂਜ਼ ਕਰਦਾ, ਜਸਟ 1%। ਬਾਕੀ 99% ਜਿਹੜਾ ਆ ਉਹ এনवायरमेंट ਨੂੰ ਵਾਪਸ ਦੇ ਦਿੰਦਾ ਆ। ਉਹ ਭਾਵੇਂ ਆਕਸੀਜਨ ਦੀ ਸ਼ਕਲ ਦੇ ਵਿੱਚ, ਭਾਵੇਂ ਉਹ ਮੋਇਸਚਰ ਦੀ ਸ਼ਕਲ ਦੇ ਵਿੱਚ, ਭਾਵੇਂ ਉਹ ਫਲ ਫੁੱਲ ਅਤੇ ਪੱਤਿਆਂ ਦੇ ਰੂਪ ਦੇ ਵਿੱਚ। ਇਹ ਜਿਹੜਾ ਚੀਜ਼ ਆ ਐਕਚੁਅਲ ਲੈਵਲ ਤੇ ਪਹਿਲੀ ਲੈਵਲ ਹੈ ਕੰਟਰੀਬਿਊਸ਼ਨ। ਇਹ ਹੈ ਆਪਣੀ ਗਰੋਥ ਦੇ ਉੱਤੇ ਫੋਕਸ ਕਰਨਾ, ਆਪਣੇ ਆਪ ਨੂੰ ਗਰੋ ਕਰਨ ਵਾਸਤੇ ਐਫਰਟ ਪਾਉਣੀ ਤੇ ਆਪ ਪਾਉਣੀ। ਇਹ ਸਮੁੱਚੀ ਮਨੁੱਖਤਾ ਲਈ ਬੜਾ ਲਾਜ਼ਮੀ ਤੇ ਬੜਾ ਜ਼ਰੂਰੀ ਕਰਮ ਹੈ। ਇਸ ਕਰਮ ਤੋਂ ਸਾਨੂੰ ਕਿਸੇ ਤਰੀਕੇ ਨਾਲ ਵੀ ਦੁਰਾਜੇ ਨਹੀਂ ਜਾਣਾ ਚਾਹੀਦਾ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਜਿਹਦੇ ਵਿੱਚ ਅਸੀਂ ਇਹ ਬਚਨ ਪੜ੍ਹਦੇ ਹਾਂ, ਨਾਨਕ ਸੋ ਪ੍ਰਭ ਸਿਮਰਿਐ ਤਿਸ ਦੇਹੀ ਕੋ ਪਾਲ। ਕਿਰਤ ਦਾ ਕੌਨਸੈਪਟ ਦੇਖੋ ਕੀ ਹੈਗਾ। ਆਪਣੇ ਆਪ ਨੂੰ ਪਾਲਣਾ, ਸੰਭਾਲਣਾ, ਆਪਣੀਆਂ ਲੋੜਾਂ ਦੀ ਪੂਰਤੀ ਵਾਸਤੇ ਆਪ ਮੁਸ਼ੱਕਤ ਆਸੀਨ ਹੋਣਾ। ਉਹਨਾਂ ਮੁਸ਼ੱਕਤ ਆਸੀਨ ਚੀਜ਼ਾਂ ਦੇ ਵਿੱਚੋਂ ਆਪਣੇ ਜੀਵਨ ਦੀ ਆਭਾ ਨੂੰ, ਇਹਦੇ 'ਚ ਸਮਾਜ ਚੋਰੀ ਚਕਾਰੀ, ਲੁੱਟ ਮਾਰ, ਠੱਗੀ ਤੇ ਇਸ ਤੋਂ ਵੀ ਵੱਡੇ ਲੈਵਲ ਤੇ ਜਿਹੜਾ ਖਾਸ ਕਰਕੇ ਇੱਕ ਵਿਲੜਾਂ
जमात पैदा हो गई, अपने आप को धर्मी अखाउण वाले, साधु अखाउण वाले, उस हर चीज़ को गुरु बाबा जी ने लामे करके एक सच के रंग की जी बात की। ये शब्द है, इस शब्द को गुरु बाबा जी ने धरती के उत्ते फैलाया। तो इस शब्द की एक तो यह है कि बंदे नूं समझ आ जाए, क्योंकि जिहड़ा है मिट्टी धुंद जग चानण होवा, जगत विच रोशनी, इनू एक लैवल ते होर देखिए, जिहड़ी कल्ली रोशनी है ये बाहर जिन्नी मर्जी हो जाए, जिवें अज भी गुरपुरब के समय दसी अपना आला दुआला चौगिरदा रोशन करते हैं, या त्यौहारां दे उत्ते, उत्सव के उत्ते, ये इनू इस तरीके नाल जानना कि बाहर की रोशनी सानू एक सिंबॉलिक वे दे नाल ये चीज़ समझाउंदी है कि बाहर कल्ली रोशनी कीतियां जीवन रोशन नहीं होएगा। जीवन नू रोशन करने वास्ते तेरी जहनीयत, तेरा जिहड़ा इनर है वह भी रोशन होना बड़ा जरूरी है। हुण जिहड़ा बाहर ते रोशन करने वास्ते दीवे, बत्तियां, मशाला बहुत कुछ मिल जाएगा, पर जिहड़ी अंदर दी रोशनी है वो किवें आएगी? इहदे लई गुरु बाबा जिहड़ा शब्द दा मुकाम साडे वास्ते स्थापित करदे ने, वो हैगा गुरबाणी, वो हैगा गुर उपदेश, गुर शब्द, गुर बचन। ते बाबा जी दी असल जिहड़ी पाया आ, जिवें गुरु अर्जन साहब बयान करदे, गुरु नानक जिन सुनिया पेखिया ते फिर गर्भास न परियो रे। जिन्हां ने गुरु नानक नू सुनिया फिर पेखिया, गुरु नानक स्रोत, शब्द, उपदेश, वाणी के उस कॉन्सैप्ट के सानू जिहड़ा है गुरु नानक समझ आना चाहिए उस रूप के अंदर। छोटा जिहा साखी रूप में बात वृतांत करके फिर बात करदा अगे, क्योंकि जिहड़ी बात हो रही है कि मिट्टी धुंद जग चानण होवा, धुंद मिटा दी, जगत च रोशनी फैला दी। साखी च पता लगता कि बाबा जी जदों उदासियां ते सीगे, मतलब इन्ना लम्मा सफ़र किया, हज़ारां मीलों का सफ़र, तो सफ़र करके बुंदेलखंड के इलाके चों लंघ रहे सीगे। ते जिन्हें हुण जिन्होंने भाई साहब भाई वीर सिंह जी कहिंदे कि सीने खिच जिन्हां ने खाधी वो कर आराम नहीं बहिंदे, निहों वाले नैणा दी नींदर दिने रात पे वहिंदे। जिन्हां ने कुछ करन दा तकिया होए, जिन्हां ने कुछ धारण किया होए कि असीं संसार दे कल्याण हित कुछ करना आ, चढ़िया सोधन धरत लुकाई, जिन्हें धरती की सुधाई करनी सीगी। जिवें रात दिन पानी का सोमा दरिया वगदा आ, तूफान आए, हनेरी जाए, रात पे, दिन चढ़े, उन्हें वगण तो, उन्हें वहन तो हटना नहीं गा। बाबा जी एग्जैक्टली अपने जीवन यापन च एवें तुरदे, मीलों के मील, हज़ारां मील सफ़र तय किया, किते 2 घड़ियां, किते 4 पल, किते 10 पल, इस तरीके नाल ठहरदियां मानव कल्याण हित मनुखता नूं भले का संदेश देंदियां होए जा रहे हैं। इस बुंदेलखंड के इलाके गुरु नानक साहब पहुँचते, जो पहुँचते बाबा नानक जी देर रात कोई वड्डा नगर गिरां आ, उहदे गुरु बाबा जी ने जाके उहदे गिरां दी जू दे विच उहदी मतलब उस इलाके दी जिहड़ा एरिया सीगा उहदे विच जाके टिकाणा पाया देर रात। जदों दिन चढ़िया तो चिड़ी चौकण का समा आया, बाबा जी रब्बी तराने जिहड़ी अगम्मी बाणी सी उहदा कीर्तन जिवें रूटीन च गायन करते उत्थे गायन हो रहा। पर भाई मरदाना जी नूं कहा गया, मरदाना जी रबाब दियां तरबां चो हरी दा कीर्तन। मैं सोचदा कैसा माहौल होएगा। भाई मरदाना सरीखी रूह रबाब दियां तारां दे उत्ते अपनियां उंगलां दा जादू फैला रही है। धन गुरु नानक साहब जाहर पीर जगत गुरु बाबा, जगत गुरु दा जगत बाबा जिहड़ा है, जगत गुरु जिहड़ा है, वो खुद गा रहा है अगम्मी बाणी नूं। किस माहौल दे विच करतार उत्ते आप नवाज के आके समझो। इस तरह जानो धरती का खिता जिसी शब्द पढ़ते जिथे जाए बह मेरा सतगुरु सो थान सुहावा राम राजे। कैसा सुहावा थान होएगा। सा धरत पई हरियावली, उसे 4 छुपेरे खुशियां ते चावां दी एक अजीब जिहड़ी है मरहलता, अजीब हरियावल उस रूप में फैलेगी। सो ये सारे अजब दृश्य ने, सारे अमेज कर देने वाले अगम्मी विस्मादी दृश्य नो नगर के गिरां दे कुछ लोग आके मानना शुरू करदे नगर इकट्ठा हो जाता। रब्बी तराने गुरु नानक साहब ने गाए, सच का उपदेश गाया। उन्हों की रूह बिल्कुल अंदर तक उन्होंने छियाई गई, उन्होंने ठंडक महसूस हुई।
ਉਹਨੇ ਨਹਾ ਲਿਆ। ਉਹਨਾਂ ਦੇ ਵਿੱਚੋਂ ਕੁਝ ਮੋਹਤਬਰ ਸੱਜਣਾ ਨੇ, ਭਾਈ ਮਰਦਾਨਾ ਜੀ ਆਪਣੀ ਰਬਾਬ ਇਕੱਠੀ ਕਰ ਰਹੇ ਨੇ। ਗੁਰੂ ਨਾਨਕ ਸਾਹਿਬ ਚੱਲਣ ਦੀ ਤਿਆਰੀ ਦੇ ਵਿੱਚ ਮੁਦਰਾ ਬਣਾ ਲਈ ਹੈ ਤੁਰਨ ਵਾਲੇ ਪਾਸੇ। ਉਸ ਨਗਰ ਦੇ ਕੁਝ ਮੋਹਤਬਰ ਸੱਜਣ ਅੱਗੇ ਹੋਏ, ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਦੇ ਕੋਲ ਦੀ ਆ ਕੇ ਕਹਿਣ ਲੱਗੇ, ਤੁਸੀਂ ਕੋਈ ਰੱਬੀ ਨੂਰ ਦਿਖ ਵੱਡੇ ਵੱਡੇ ਮੁਜੱਸਮ ਹੋ। ਸਾਨੂੰ ਅਸੀਂ ਰੱਬ ਨਹੀਂ ਵੇਖਿਆ, ਰੱਬ ਦੀਆਂ ਗੱਲਾਂ ਸੁਣੀਆਂ ਨੇ। ਜੇ ਵਾਕਿਆ 'ਚ ਹੀ ਕੋਈ ਰੱਬ ਹੈ ਤਾਂ ਤੁਹਾਡੇ 'ਚੋਂ ਨਜ਼ਰ ਆ ਰਿਹਾ ਹੈ। ਜਿੰਨਾ ਕੁ ਸਮਾਂ ਤੁਸੀਂ ਇੱਥੇ ਕੀਰਤਨ ਦਾ ਗਾਇਆ ਹੈ, ਇਹਦੇ ਵਿੱਚ ਰੱਬ ਦੇ ਅਕਾਲ ਪੁਰਖ ਵਾਹਿਗੁਰੂ ਦੇ ਉਸ ਸਾਕਸ਼ਾਤ ਪਰਿਪੂਰਨ ਪਰਮੇਸ਼ਰ ਦੇ ਦੀਦਾਰ ਅਸੀਂ ਮਾਣ ਰਹੇ ਸੀਗੇ। ਅਸੀਂ ਮਾਫੀ ਮੰਗਦੇ ਹਾਂ, ਤੁਸੀਂ ਸਾਡੇ ਨਗਰ ਗਿਰਾਂ ਆਏ, ਸਾਡੇ ਨਗਰ ਦੀ ਜੂਹ ਆ ਕੇ ਠਹਿਰੇ। ਅਸੀਂ ਤੁਹਾਨੂੰ ਸਤਿਕਾਰ ਨਾ ਦੇ ਸਕੇ ਜਦੋਂ ਤੁਸੀਂ ਆਏ। ਸਾਨੂੰ ਪਤਾ ਹੀ ਨਹੀਂ ਲੱਗਾ ਕਦੋਂ ਆਏ। ਅਸੀਂ ਜੀ ਆਇਆਂ ਨਾ ਕਹਿ ਸਕੇ, ਅਸੀਂ ਖੈਰ ਮਕਦਮ ਨਾ ਕਰ ਸਕੇ ਉਹਨੇ। ਪਰ ਸਭ ਤਰਾਨੇ ਸੁਣ ਕੇ, ਸਭ ਚੀਜ਼ਾਂ ਦੀ ਸਾਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਹੁਣ ਸਾਡੀ ਇੱਕ ਛੋਟੀ ਜਿਹੀ ਇਲਤਜਾ ਹੈ, ਬੇਨਤੀ ਕਹਿ ਲਓ, ਰਿਕੁਐਸਟ ਹੈ। ਉਹ ਇਹ ਹੈ ਕਿ ਸਾਨੂੰ ਇੱਕ ਦਿਨ ਦਾ ਮੌਕਾ ਜ਼ਰੂਰ ਦਿਓ, ਇੱਕ ਦਿਨ ਜ਼ਰੂਰ ਠਹਿਰੋ। ਘੱਟ ਤੋਂ ਘੱਟ ਅਸੀਂ ਕੁਝ ਸੇਵਾ ਕਰ ਸਕੀਏ, ਕੁਝ ਸੇਵਾ ਕਰਕੇ ਆਪਣੇ ਦਿਲ ਦੀ ਖੁਸ਼ੀ, ਆਪਣੇ ਦਿਲ ਦੇ 'ਚ ਕੁਝ ਇਜ਼ਹਾਰੀਅਤ ਲੈ ਸਕੀਏ ਇਸ ਰੂਪ ਦੇ 'ਚ। ਜਦੋਂ ਇਹ ਬਾਤ ਉਹ ਨਗਰ ਗਿਰਾਂ ਦੇ ਲੋਕ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਕਰ ਰਹੇ ਨੇ, ਤੇ ਗੁਰੂ ਨਾਨਕ ਸਾਹਿਬ ਮੁਸਕਰਾ ਕੇ ਕਹਿੰਦੇ ਕਮਾਲ ਹੋ ਗਈ, ਬੜਾ ਪਿਆਰ ਵਿਖਾ ਰਹੇ ਹੋ। ਉਹ ਵੀ ਇੱਕ ਦਿਨ ਵਾਸਤੇ ਹੀ ਬਸ। ਉਹ ਕਹਿਣ ਲੱਗੇ ਇਸ ਤੇ ਡਰਦੇ ਨਹੀਂ ਸੀ ਕਹਿ ਰਹੇ। ਅਸੀਂ ਸੋਚਿਆ ਜਿਨ੍ਹਾਂ ਨੇ ਲੰਮੀਆਂ ਸਫ਼ਰਾਂ 'ਤੇ ਕੋਈ ਯਾਤਰਾ 'ਤੇ ਨਿਕਲੇ ਹੋਣ, ਉਹਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ। ਪਰ ਹਾਂ, ਜੇ ਤੁਸੀਂ ਤਰਸ ਦੇ ਘਰ 'ਚ ਆਏ ਹੋ, ਜੇ ਤੁਸੀਂ ਸਾਨੂੰ ਕੁਝ ਨਵਾਜਣ ਵਾਸਤੇ ਵਾਕਿਆ 'ਚ ਹੀ ਤਿਆਰ ਹੋ, ਤੇ ਫਿਰ ਸਾਡੀ ਇਲਤਜਾ ਤੇ ਹੋਏਗੀ ਕਿ 2-4 ਦਿਨ ਤੇ ਜ਼ਰੂਰ ਠਹਿਰੋ। ਬਾਬਾ ਜੀ ਕਹਿਣ ਲੱਗੇ ਬਸ 2-4 ਦਿਨ ਹੀ? ਕਹਿਣ ਲੱਗੇ ਜੀ ਗੱਲ ਮੁੱਕੀ। ਤੁਸੀਂ ਤਰਸ ਕਰੋ ਤੇ ਤਰਸ ਕਰਕੇ ਇਸ ਨਗਰ ਗਿਰਾਂ ਦੇ ਵਿੱਚ ਠਹਿਰੋ, ਹਮੇਸ਼ਾ ਲਈ ਠਹਿਰੋ। ਸਾਡੇ ਵਾਸਤੇ ਇਸ ਤੋਂ ਵੱਡੀ ਬਾਤ ਕੀ ਹੋ ਸਕਦੀ ਹੈ? ਬਾਬਾ ਜੀ ਕਹਿਣ ਲੱਗੇ ਬਿਲਕੁਲ ਹਮੇਸ਼ਾ ਲਈ ਠਹਿਰਾਂਗੇ। ਕਹਿਣ ਲੱਗੇ ਇਹ ਤੇ ਸਾਡੇ ਵਾਸਤੇ ਮੁਬਾਰਕਬਾਦ ਦੀ ਬਾਤ ਹੋ ਗਈ। ਹਮੇਸ਼ਾ ਲਈ ਗੁਰੂ ਨਾਨਕ ਸਾਹਿਬ ਸਾਡੇ ਗਿਰਾਂ, ਸਾਡੇ ਨਗਰ ਠਹਿਰਨਗੇ। ਬਸ ਉਹਨਾਂ ਉਸੇ ਵਕਤ ਕਿਹਾ ਕਿ ਸਾਡੇ ਨਗਰ ਦੇ ਵਿੱਚ ਬਹੁਤ ਸਾਰੇ ਮਕਾਨ ਬਣੇ ਨੇ, ਕੁਝ ਕੱਚੇ ਨੇ, ਕੁਝ ਪੱਕੇ ਨੇ, ਕੁਝ ਹਵੇਲੀਆਂ ਨੇ। ਤੁਸੀਂ ਜਿਹੜੇ ਵੀ ਮਕਾਨ ਵਿੱਚ ਰਹਿਣਾ ਜਾ ਕੇ ਤੁਸੀਂ ਉਹਨੂੰ ਹੱਥ ਲਗਾ ਦਿਓ, ਚੂਜ਼ ਕਰ ਲਓ। ਅਸੀਂ ਉਹੀ ਸਾਫ਼ ਕਰਕੇ ਉਸ ਨੂੰ ਹੀ ਅਸੀਂ ਜਿਹੜਾ ਤੁਹਾਡੇ ਰਹਿਣ ਦੇ ਸਮਰੱਥ ਬਣਾ ਦਿੰਦੇ ਹਾਂ। ਪਰ ਜੇ ਤੁਸੀਂ ਇਸ ਮਕਾਨ 'ਚ ਇੱਥੋਂ ਨਗਰ ਗਿਰਾਂ ਦੇ ਕਿਸੇ ਨਹੀਂ ਰਹਿਣਾ, ਕੋਈ ਵੱਖਰੀ ਕੋਈ ਤੁਸੀਂ ਆਪਣੀ ਕੋਈ ਕਾਟੇਜ ਕੁਟੀ ਬਣਾਉਣੀ ਹੈ, ਕੋਈ ਆਪਣਾ ਕੋਈ ਵੱਖਰਾ ਮਹਿਲ ਆਸ਼ਰਮ ਕੁਝ ਬਣਾਉਣਾ ਹੈ, ਉਹ ਦੱਸ ਦਿਓ, ਬਣਾ ਦਿੰਦੇ ਆ। ਬਾਬਾ ਜੀ ਕਹਿਣ ਲੱਗੇ ਵੀ ਹਾਂ ਬਿਲਕੁਲ ਠੀਕ ਗੱਲ ਹੈ, ਰਵਾਂਗੇ ਪਰ ਇਸ ਮਕਾਨ 'ਚ ਨਹੀਂ ਰਵਾਂਗੇ। ਕਹਿਣ ਲੱਗੇ ਨਵਾਂ ਬਣਾ ਦਿੰਦੇ। ਬਾਬਾ ਜੀ ਕਹਿੰਦੇ ਨਵਾਂ ਵੀ ਬਣਾ ਦਿਓ, ਪਰ ਨਵਾਂ ਵੀ ਇੱਟਾਂ ਜਿਹੜਾ ਤੁਹਾਡਾ ਪੱਥਰ ਦਾ ਜਿਹੜੇ ਮਿੱਟੀ ਦਾ ਇਹਦੇ ਬਣੇ ਮਕਾਨ 'ਚ ਨਹੀਂ ਰਹਿਣਾ। ਕਹਿਣ ਲੱਗੇ ਫਿਰ ਬਾਬਾ ਜੀ ਕਿਸ ਮਕਾਨ 'ਚ ਰਹੋਗੇ? ਬਾਬਾ ਜੀ ਕਹਿਣ ਲੱਗੇ ਰੱਖੋਗੇ? ਕਹਿਣ ਲੱਗੇ ਜੀ ਬਿਲਕੁਲ, ਇਸੇ ਕਰਕੇ ਤੇ ਬੇਨਤੀ ਕਰ ਰਹੇ ਹਾਂ। ਗੁਰੂ ਨਾਨਕ ਸਾਹਿਬ ਕਹਿੰਦੇ ਮੈਨੂੰ ਰੱਖੋਗੇ ਤੇ ਮੈਂ ਰਵਾਂਗਾ, ਪਰ ਮੈਂ ਇਸ ਮਕਾਨ 'ਚ ਨਹੀਂ ਰਵਾਂਗਾ, ਮੈਂ ਰਵਾਂਗਾ ਸੁਰਤ ਦੇ ਮਕਾਨ ਦੇ ਵਿੱਚ। ਸੁਰਤ ਦੇ ਮਕਾਨ 'ਚ ਬਾਬਾ ਕੀ ਪਹੇਲੀ ਪਾ ਰਹੇ ਹੋ? ਬਾਬਾ ਜੀ ਕਹਿੰਦੇ ਹਾਂ ਮੈਂ ਸੁਰਤ ਦੇ ਮਕਾਨ 'ਚ ਰਵਾਂਗਾ, ਤੁਸੀਂ ਰੱਖਣ ਲਈ ਤਿਆਰ ਹੋ? ਅਸਲ ਦੇ ਵਿੱਚ ਬਾਬੇ ਦਾ ਰੂਪ ਸ਼ਬਦ ਦਾ ਰੂਪ ਹੈ। ਬਾਬਾ ਜੀ ਨੇ ਬਾਤ ਕੀਤੀ, ਹਾਲਾਂਕਿ ਇਸੇ ਵਾਰ ਦੀ ਪੌੜੀ ਨੂੰ ਘਰ ਘਰ ਅੰਦਰ ਧਰਮਸਾਲ, ਜਾਂ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਨ ਸੋਵਾ, ਸਿੱਧ ਆਸਨ ਸਭ ਜਗਤ ਦੇ ਨਾਨਕ ਆਦਮਤੇ ਜੇ ਕੋਵਾ। ਭਾਈ ਗੁਰਦਾਸ ਜਿਹੜੀ ਆ ਬਾਤ ਕਰ ਰਹੇ ਨੇ, ਇਹ ਹੈ ਬਾਬਾ ਜੀ ਨੇ ਕਿਹਾ ਮੈਂ ਰਵਾਂਗਾ, ਪਰ ਰਵਾਂਗਾ ਸ਼ਬਦ ਦਾ ਰੂਪ ਹੋ ਕੇ। ਕਿਉਂਕਿ ਗੁਰੂ ਨਾਨਕ ਸਿਰਫ ਇੱਕ ਸਰੀਰ ਦਾ ਨਾਂ ਨਹੀਂਗਾ। ਗੁਰੂ ਨਾਨਕ ਇਜ਼ ਅ ਸਕੂਲ ਆਫ ਥਾਟ। ਗੁਰੂ ਨਾਨਕ ਇਜ਼ ਅ ਕੰਪਲੀਟ ਆਈਡੀਓਲੋਜੀ। ਗੁਰੂ ਨਾਨਕ ਇਜ਼ ਅ ਵੇ ਆਫ ਲਾਈਫ। ਗੁਰੂ ਨਾਨਕ ਇਜ਼ ਅ ਫੁੱਲ ਫਲੈਸ਼ ਹਿਊਮਨ ਕਲਚਰ। ਪੂਰੇ ਦਾ ਪੂਰਾ ਮਨੁੱਖੀ ਸੱਭਿਆਚਾਰ ਹੈ ਜਿਹੜਾ ਗੁਰੂ ਨਾਨਕ ਨੇ ਇਸ ਧਰਤੀ ਨੂੰ ਨਵਾਜਿਆ, ਧਰਤੀ ਦੇ ਉੱਤੇ ਆਪਣੀ ਪ੍ਰਵਾਜ਼ ਭਰੀ ਤੇ ਜ਼ਰਰੇ ਜ਼ਰਰੇ ਦੇ ਸਾਹਮਣੇ ਉਸ ਚੀਜ਼ ਦੀ ਡੈਮੋਸਟ੍ਰੇਸ਼ਨ ਕੀਤੀ, ਦਿਖਾਇਆ, ਜੀਵਿਆ, ਸਮਝਾਇਆ। ਤੇ ਉਹਦੀ ਜਿਹੜੀ ਸ਼ੁਰੂਆਤ ਪਾਇਆ ਆ ਉਸ ਸ਼ਬਦ ਤੋਂ ਆ। ਸੋ ਜਿਹੜੀ ਬਾਤ ਮੈਂ ਕਹਿਣ ਲੱਗਾ ਸੀਗਾ, ਗੁਰੂ ਨਾਨਕ ਸਾਹਿਬ ਨੇ ਬਾਤ ਕੀਤੀ, ਕਹਿਣ ਲੱਗੇ ਮੈਂ ਰਵਾਂਗਾ ਤੁਹਾਡੇ ਨਗਰ ਗਿਰਾਂ ਦੇ ਵਿੱਚ, ਪਰ ਮੈਂ ਰਵਾਂਗਾ ਸੁਰਤ ਵਿੱਚ। ਜੋ ਸ਼ਬਦ, ਜੋ ਬਾਣੀ ਅਜੇ ਹੁਣੇ ਗਾਈ ਗਈ ਹੈ, ਇਸ ਬਾਣੀ ਨੂੰ ਕੰਠ ਕਰੋ,
इस बाणी नूं अपनी जहन विच उतारो। हर रोज़ सवेर शाम इत्थे बैठ के धर्मसाल लगाओ, ये शब्द गाया जे, ये बचन गाया जे, गुरु नानक तुहाडे विच मौजूद होएगा। गुरु नानक ये है। ये भी कई बारी चीज़ हुंदी है। देखो अज दे माहौल च बात करनी हर लैवल ते बनदी है। असीं भारती खिते दे विच ते खास करके दिल्ली ते दे गिरदे रवान दे विच तुसीं देख रहे हो एक पूरी दी पूरी मूवमेंट चल रही है। उलामा इकबाल दा जगत प्रसिद्ध नज़म जिहदे च जिक्र किया सीगा कि फिर उठी आखिर सदा तौहीद की पंजाब से, हिंद को एक मर्दे कामल ने जगाया ख्वाब से। वो कहता है कि ये जिहड़ी हिंद की धरती है नो डाउट है तो जरखेज, पर इस जरखेज धरती ते भी जिन्नी देर तक कोई मौले तार मीह बन के नहीं वरसदा, ये सिल नहीं आउंदी। ते जे सिल नहीं आएगी, जे वत्तर नहीं लगेगा, जिस मॉइस्चर नहीं आएगा, यदी जड़ी जरखेजता आ जड़ी उपज ये पैदा होनी नहीं हो सकेगी। गुरु नानक साहब पंजाब की फिजा दे विचों एक रब्बी आवाज़ बन के उपजते ने, आमद लेंदे ने। फिर उठी आखिर सदा, सदा सद नूं कहिंदे, आवाज़ नूं, एक सरबुलंद आवाज़। एग्जैक्टली उसे गुरु नानक दे नाम लेवा गुरु नानक प्रस्तरां जिहड़े ने, देखो किवें अपनी उस आवाज़ नूं सरबुलंद कर रहे ने मनुखी हकूकां वास्ते, मनुख दी होनी नूं धरती दे उत्ते कायम रखण वास्ते, ते कायम भी इज्जत नाल, पत नाल, सत्कार नाल। ये गुरु नानक साहब दे संदेश पढ़दे आ बाणी दे विच, जे जीवै पत लथी जाए सब हराम जेता किछ खाए। बंदा बड़ा कुरेजियस दलेरी दे नाल धरती ते जीए, अपने नाल धक्का ना होण दे, किसे नाल धक्का हुंदिया वेख के बर्दाश्त ना करे। ये है, पर ये तां हो सकता है जे बंदा रोशन दिमाग होएगा। तो रोशन दिमाग इको चीज़ करती है। देखो अंग्रेजी की सेइंग है गारबेज इन गारबेज आउट। वट एवर वी रीड, वट एवर वी परसीव, दैट एक्चुअली ideas become our behavior, become our personality, become our caliber. If we try to pay attention toward our actually जैसी उस वास्ते ध्यान देना चाहुंदे आ कि साडा बिहेवियर ठीक होए, साडा कैलीबर चंगा होए, साडे परसनैलिटी दे विच अपलिफ्टिंग होए किसी किसी रूप दी विच, भाई फिर यह है रोशन दिमाग होवो। अपनी जहनीयत नूं, अपने आप नूं जिहड़ा हैगा पाक साफ उच्चा सुच्चा करने वास्ते ओहो जे शब्द उपदेश संदेश नाल जुड़ो। गुरु नानक साहब जो भाई साहब भाई गुरदास जी कहते कि मिट्टी धुंद जग चानन हुआ, जगत का चानन बने, जगत की रोशनी बने, तो जगत की रोशनी बने दग दग बलदी हुई शब्द की क्षमा दे नाल। असीं शब्द पढ़ते हैं गुरबाणी इस जग में चानन करम बसै मने आई। गुरबाणी इस संसार की रोशनी है। गुरु बाबा जी जगह जगह खिते खिते इलाके इलाके पिंड पिंड गिरां गिरां जिधर जिधर गए शब्द की क्षमा बालते लगे गए। तो फिर ये भी नहीं जिथे किते कुछ शब्द की आभा गुरु बाबा जी नूं एहसास लगा, ये मानव कल्याण हित बचन बाणी बोल जिहड़े ने ये भले दे ने, गुरु बाबा जी ने उन्हां दी आप संभाल भी की। असीं इस लैवल ते भी देखीए तो जदों गुरु नानक साहब उदासियां ते जांदे ने ते कई बार ये लोग पुछदे ने तुहाडा तीर्थां दे विच ते विश्वास नहीं हैगा, क्योंकि गुरु नानक साहब सीगे जिन्हां दा बचन असीं पढ़ीए कि तीर्थ नहावन जाऊं तीर्थ नाम है। उन्होंने उस जो परिपाटी हज़ारां सालों तो उस खिते दे विच आ रही सीगी कि पानी दे चुब्बे ला के बंदे दी सैल्वेशन हो जाएगी, जिहदे उत्ते बाबा कबीर जी ने व्यंगात्मक पक्ष नाल कदी बात कही सी कि जल कै मज्जन जेगत होवै नित नित मेंढक नहावै। भाई ऐसा डड्डूआं दा पानी च नहाउणा ते बंदे दा नहाउणा किन्ना क फर्क रह गया। जे इहो ही बात हुंदी तो फिर ये सच्चाई सीगी कि जो डड्डू मच्छियां ने इन्हां दी सैल्वेशन ये मुक्त हो गए हुंदे अज तो कई जिहड़ा पहला बंदे ते वारी ना होंदी। गुरु नानक साहब जिन्होंने कहा तीर्थ नहावन जाऊं तीर्थ नाम है, तीर्थ शब्द विचार अंतर ज्ञान है, जिन्होंने इस सच दे संदेश की बात की। जदों धरती दे रटन वास्ते तुर पे तो लोग क्या जगह जगह कभी तीर्थां ते जा रहे हो, कुरखेत जा रहे हो, हरिद्वार जा रहे हो, किते जगन्नाथपुरी जा रहे हो, किते पिहोवा जा रहे हो, मतलब इस तरीके नाल तुरदे जा रहे हो। ते तुसी तीर्थां ते कोई तुहाडा
विश्वास उस लैवल की बात है नहीं, तुसीं उपदेश दे रहे हो बल्कि लोगों को होड़ रहे हो, मोड़ रहे हो। फिर आखिरकार क्यों जा रहे हो उदासियां ते, क्यों जा रहे हो इन्नी दूर? ये बात राय बुलार ने भी गुरु बाबा जी ने कही सी। राय बुलार जिहदे नगर दे विच, जिन्हों अज असीं याद करना अपना फर्ज समझते हैगे आ, ननकाणा, जिन्हों महान कोश दा करता नानकाणा लिखदा हैगा, वो कहंदा है ये राय भोए की तलवंडी सीगी, भोए जमीन नूं कहंदे ने, ते उस राय बुलार जिहड़ा उस वक्त सरजमीन नूं सारी नूं चला रहा सीगा, उत्थों दा मेन जगीरदार कह लवो, उन्हें अपने समय दे विच ही इस सारी जिहड़ी अपनी जगीर सी, सारी जायदाद जमीन सीगी, दा सिरनावा गुरु नानक साहब के नाम नाल पवा दिता। इनू नानकाणा भावे नानक की फिजाएं है, नानक की धरती है, नानक की सारी जिहड़ी है ये सरजमी है, इस रूप में बात की। उसे राय बुलार ने बाबा जी ने बात कही सी, कहने लगा कि गल ये है कि तुसी नगर छड्ड के बाहर जाना चाहते हो, जदों उदासियां की बात हुई, दसो जो तुसी चाहते हो इत्थे मुयसर करा देने। बाबा जी कहते नहीं, उदासियां ते जाना है। फिर वो पुछदा है कारण भी तो होएगा कोई, तो बाबा जी ने कहा सीगा एक नहीं, दो मेन कारण, दो मुख कारण ने। किहड़े कारण ने? दो। पहला कारण ते जिहड़ा पहली बात कीती सीगी कि बाबा देखै ध्यान तर जल्दी सब पृथ्वी दिस आई। बाबा कहंदा है धरती दे लोग सड़ रहे ने, ये अग कोई बहरूनी बड़वा या जठरगन नहीं है, ये बाहर दी दिसदी हुई अग नहीं, ये अदृष्ट अग है, ये अग है वकारां दी, ये अग है मनुखता दी कमजोरी दी, ये अग है ईर्खा, द्वैग, साड़े, सांप्रदायिकता, हर तरह की अलामत, हर तरह की जीवन की खामी दी। इस अग दे उत्ते शुभ गुणां दे उपदेश का मींह वराउणा है, जाके ਉਹਦੇ ਛੱਟੇ ਮਾਰਨੇ ਨੇ, ਉਹਨੂੰ ਇਸ ਰੂਪ ਦੇ ਵਿੱਚ ਠਹਿਰਾਣਾ, ਉਹਨੂੰ ਠੰਡਿਆ ਕਰਨਾ, ਠਾਰਨਾ ਹੈ। ਇਹ ਮੁੱਖ ਰੂਪ ਵਿੱਚ ਬਾਤ। ਇੱਕ ਤੇ ਇਹ ਗੱਲ ਹੈ ਚੜਿਆ ਸੋਧਨ ਤਰਤ ਲੁਕਾਈ, ਧਰਤੀ ਦੀ ਸੁਧਾਈ ਕਰਨੀ ਹੈ, ਇੱਕ ਕਾਰਨ ਹੋ ਗਿਆ। ਦੂਸਰਾ ਹੈ ਗੁਰਮੁਖ ਖੋਜਤ ਭਏ ਉਦਾਸੀ। ਗੁਰੂ ਦੇ ਵੱਲ ਜਿਨ੍ਹਾਂ ਦਾ ਮੁੱਖ ਆ, ਜਿਨ੍ਹਾਂ ਦੇ ਬਚਨਾਂ ਦੇ ਵਿੱਚ ਤਾਬ ਆ, ਜਿਨ੍ਹਾਂ ਦੇ ਬੋਲਾਂ ਦੇ ਵਿੱਚ ਮਨੁੱਖਤਾ ਦੇ ਕਲਿਆਣ ਦਾ ਸੰਦੇਸ਼ ਆ, ਉਹਨਾਂ ਦੀ ਸੰਭਾਲ ਕਰਨੀ ਹੈ, ਉਹਨਾਂ ਦੀ ਖੋਜ ਕਰਨੀ ਹੈ। ਸੋ ਇਹ ਗੁਰੂ ਨਾਨਕ ਸਾਹਿਬ ਦੀ ਪਾਵਨ ਪਾਇਆ ਸ਼ਬਦ ਆਪ ਉਪਜਿਆ, ਆਪ ਉਸ ਸ਼ਬਦ ਦੇ ਵਿਕਾਸ ਨੂੰ ਮਾਣਿਆ ਤੇ ਉਸ ਨੂੰ ਫੈਲਾਇਆ, ਸਪਰੈਡ ਕੀਤਾ। ਪਰ ਜਿੱਥੇ ਜਿੱਥੇ ਸ਼ਬਦ ਦੀ ਬਾਤ ਕਿਤੋਂ ਬਾਹਰੋਂ ਵੀ ਮਿਲੀ, ਉਹਨੂੰ ਵੀ ਕਲੈਕਟ ਕੀਤਾ, ਉਹਨੂੰ ਵੀ ਆਪਣੀ ਝੋਲੀ ਵਿੱਚ ਪਾਇਆ, ਆਪਣੇ ਦਾਮਨ ਵਿੱਚ ਪਾਇਆ, ताकि जगत रोशनी वास्ते ये चीज़ जिहड़ी है संभाली जा सके। इनू बड़ा सरल करके बयान करा। असी डायस्पोरा च बैठे हाँ, हज़ारां मील दूर पंजाब की फिजा तो इत्थे आए हाँ। असी आप देखोगे साडी चों जिन्हें डायस्पोरा च बैठे, असी साउथ एशियन खिते तो आए हुए लोग हाँ। असां सब ने बड़ा ट्रैवल किया, जगह जगह अक्सर करते हैं। मैं भी आप दी असीस नाल बड़ा ऑल ओवर द ग्लोब ट्रैवल करदा, ट्रैवल किया भी, करदा भी हाँ। ਇਹਦੇ 'ਚ ਇਹ ਹੁੰਦਾ ਕਿ ਮੈਂ ਇਹਨੂੰ ਸਰਲ ਭਾਵ ਵਿੱਚ ਬਿਆਨ ਕਰਾਂ ਕਿ ਸਪੋਜ਼ ਕਰੋ ਤੁਸੀਂ ਇੱਥੋਂ ਜੇ ਕਿਤੇ ਜਾਂ ਤੁਸੀਂ ਕੋਈ ਪੰਜਾਬ ਤੋਂ ਸ਼ਖਸ ਆ, ਉਹ ਦੁਬਈ ਜਾ ਰਿਹਾ ਤੇ ਘਰ ਵਾਲੇ ਕਹਿੰਦੇ ਕਿ ਅੱਛਾ ਦੁਬਈ ਜਾ ਰਹੇ ਹੋ, ਇੱਕ ਕੰਮ ਕਰਿਓ ਉੱਥੋਂ ਕੁਝ ਨਾ ਅਰਾਡੋ ਦੀਆਂ ਕੁਝ ਜਿਹੜਾ ਹੈਗਾ ਹੋਰ ਕਿਸੇ ਮਹਿੰਗੇ ਮਾਡਲ, ਸਵਿਟਸ ਮਾਡਲ ਦੀਆਂ ਘੜੀਆਂ ਲੈ ਆ ਜੀ, ਜਾਂ ਕੁਝ ਉੱਥੋਂ ਗੋਲਡਨ ਚੀਜ਼ਾਂ ਜਿਹੜੀਆਂ ਨੇ, ਸੋਨਾ ਵਗੈਰਾ, ਉਹ ਬਾਏ ਕਰ ਲਿਆ ਜੀ, ਕਿਉਂਕਿ ਸਸਤਾ ਉੱਥੇ। ठीक है जी। कोई शख्स ताइवान साइड जा रहा है, सिंगापुर जा रहा है, चाइना जा रहा है, तो उन्होंने क्या जाएगा कुछ इलैक्ट्रॉनिक समान लाया जाए, बड़ा सस्ता उत्थे, बड़ा चीप है। ठीक है जी। कोई शख्स सपोज करो नॉर्थ अमेरिका आ रहा है, तो इतों मुड़दे क्या जाएगा, इतों ना कुछ विंटर जैकेट्स वगैरह चंगियां मिलदियां ने, तो वो लाया जाए, यू नो दोज काइंड ऑफ थिंग्स। ਜਦੋਂ ਅਸੀਂ ਕਿਸੇ ਦੇਸ਼ ਪ੍ਰਦੇਸ਼ ਜਾਈਏ, ਆਪਣੇ ਘਰ ਲਈ, ਪਰਿਵਾਰ ਲਈ ਕੁਝ ਨਾ ਕੁਝ ਚੀਜ਼ਾਂ, ਵਧੀਆ ਸਮਾਨ ਜਿਹੜਾ ਉਹ ਘਰਾਂ ਨੂੰ ਪਰਤਦੇ ਆ ਲੈ ਕੇ, ਇਸ ਤਰੀਕੇ ਨਾਲ, ਤਾਂ ਕਿ ਸਾਨੂੰ ਯਾਦ ਕੀਤਾ ਜਾਏ, ਸਾਨੂੰ ਉਸ ਰੂਪੇ ਨਾਲ ਪਿਆਰ ਸਨੇਹ ਵੀ ਮਿਲੇ, ਤੇ ਸਾਨੂੰ ਇਹ ਵੀ ਕਿਹਾ ਜਾਏ ਕਿ ਹਾਂ ਕੁਝ ਚੰਗੀ ਚੀਜ਼ ਲੈ ਕੇ ਆਇਓ। ਠੀਕ। ਗੁਰੂ ਨਾਨਕ ਸਾਹਿਬ ਵੀ ਗਏ। ਜਦੋਂ ਗੁਰੂ ਨਾਨਕ ਸਾਹਿਬ ਗਏ ਤੇ ਡੈਫੀਨੇਟਲੀ ਘਰ ਦੋ ਬੱਚੇ ਸੀਗੇ, ਬਾਬਾ ਸ਼੍ਰੀ ਚੰਦ ਜੀ, ਲਖਮੀ ਦਾਸ ਜੀ। ਗੁਰੂ ਮਹਾਰਾਜ ਦੇ ਆਪਣੇ ਮਹਿਲ ਸੁਪਤਨੀ ਮਾਤਾ ਸੁਲੱਖਣੀ ਜੀ ਸੀਗੇ, ਮਾਂ ਬਾਪ ਵੀ ਸੀਗੇ। ਉਹ ਕੁਝ ਸਮਾਂ ਤੇ ਜਿਹੜਾ ਹੈਗਾ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਨਾਲ ਜੀਵਨ ਜੀਆ। ਬਾਬਾ ਮਹਿਤਾ ਕਾਲੂ ਜੀ, ਜਗਤ ਮਾਤਾ, ਮਾਤਾ ਤ੍ਰਿਪਤਾ ਜੀ,
ਤੇ ਮਹਾਰਾਜ ਨੂੰ ਸਨੇਹ ਕਰਨ ਵਾਲੇ, ਮੈਂ ਰਾਏ ਬੁਲਾਰ ਦੀ ਬਾਤ ਕੀਤੀ, ਹੋਰ ਪਤਾ ਨਹੀਂ ਅਣਗਿਣਤ ਜਿਹੜੇ ਗੁਰੂ ਸਾਹਿਬ ਦੀ ਪ੍ਰੇਮ ਆਭਾ ਦੇ ਵਿੱਚ ਮੰਡਤ ਸੀਗੇ। ਤੇ ਬਾਬਾ ਜਦੋਂ ਗਏ, ਸਪੋਜ਼ ਕਰੋ ਪੰਜਾਬ ਤੋਂ, ਤਲਵੰਡੀ ਤੋਂ ਜਾਂ ਸੁਲਤਾਨਪੁਰ ਤੋਂ ਉਦਾਸੀਆਂ ਵਾਸਤੇ, ਤੇ ਬਾਬਾ ਜੀ ਨੂੰ ਵੀ ਸਾਰਾ ਪਰਿਵਾਰ ਯਾਦ ਆਉਂਦਾ ਹੋਣਾ, ਜਾਂ ਉਹਨਾਂ ਦੀਆਂ ਕੁਝ ਹੋਣਗੀਆਂ ਕੁਝ ਖਾਸ ਖਾਸ਼ਾਂ, ਕਹਿੰਦੇ ਹੋਣਗੇ ਬਾਬਾ ਜੀ ਨੂੰ, ਅੱਛਾ ਜੇ ਢਾਕੇ ਜਾ ਰਹੇ ਹੋ ਤੇ ਮਲਮਲ ਲੈ ਕੇ ਆਇਓ ਜੀ, ਮਲਮਲ ਬੜੀ ਮਸ਼ਹੂਰ ਹੈ ਉੱਥੋਂ ਦੀ। ਜੇ ਬਨਾਰਸ ਜਾਓਗੇ ਤੇ ਉੱਥੋਂ ਦਾ ਰੇਸ਼ਮ ਲੈ ਕੇ ਆਓ, ਪੱਟ ਬੜਾ ਮਕਬੂਲ ਤੇ ਮਸ਼ਹੂਰ ਹੈ ਉੱਥੋਂ ਦਾ। ਜੇਕਰ ਕਿਤੇ ਹੋਰ ਕਿਸੇ ਇਲਾਕੇ 'ਚ ਖਾਸ ਜਾਓ, ਖਾਸ ਕਰਕੇ ਅਰਬਿਸਤਾਨ ਵਾਲੀ ਸਾਈਡ ਦੇ, ਉੱਥੇ ਖਾਸ ਉੱਥੋਂ ਦੇ ਜਿਹੜੇ ਹੈਗੇ ਨੇ ਕੁਝ ਡਰਾਈ ਫਰੂਟ ਵਗੈਰਾ, ਉਹੋ ਜਿਹੀਆਂ ਚੀਜ਼ਾਂ, ਕੁਝ ਇਸ ਕਿਸਮ ਦੀਆਂ ਬਾਤਾਂ ਹੁੰਦੀਆਂ ਹੋਣਗੀਆਂ। ਤੇ ਇਹ ਹੈ ਬਾਬਾ ਜੀ ਜਦੋਂ ਵਾਪਸ ਪਰਤੇ ਆਪਣੇ ਗਿਰਾਂ ਵਾਪਸ, ਤੇ ਬਾਬਾ ਜੀ ਲੈ ਕੇ ਗਏ, ਪਰ ਇਹ ਕੁਝ ਨਹੀਂ ਲੈ ਕੇ ਗਏ ਜਿਹਦੀ ਬਾਤ ਹੋ ਰਹੀ ਹੈ ਨਾ। ਬਾਬਾ ਜੀ ਕੀ ਲੈ ਕੇ ਗਏ? ਜੇ ਕਿਤੇ ਬਨਾਰਸ ਆਏ, ਭਗਤ ਰਵਿਦਾਸ ਜੀ ਦੇ ਸ਼ਬਦਾਂ ਨੂੰ ਆਪਣੀ ਝੋਲੀ ਪਾਇਆ, ਭਗਤ ਕਬੀਰ ਜੀ ਦੀ ਬਾਣੀ ਇਕੱਠੀ ਕੀਤੀ। ਜੇ ਕਿਤੇ ਮਰਾਠਵਾੜੇ ਗਏ, ਭਗਤ ਨਾਮਦੇਵ ਜੀ ਦੇ ਉਪਦੇਸ਼ਾਂ ਨੂੰ ਝੋਲੀ ਵਿੱਚ ਪਾਇਆ। ਜੇ ਕਿਤੇ ਪਾਕ ਪੱਟਣ ਗਏ, ਭਗਤ ਫਰੀਦ ਜੀ ਦੇ ਬੋਲਾਂ ਨੂੰ ਆਪਣੀ ਦਾਮਨ ਵਿੱਚ ਪਾਇਆ। ਜੇ ਕਿਤੇ ਮੇਵਾੜ ਦੇ ਇਲਾਕੇ 'ਚ ਲੰਘੇ, ਭਗਤ ਧੰਨਾ ਜੀ ਦੇ ਬੋਲਾਂ ਨੂੰ ਆਪਣੀ ਝੋਲੀ ਵਿੱਚ ਪਾਇਆ। ਤੁਸੀਂ ਦੇਖੋ ਹੁਣ ਇਹ ਸਾਰਾ ਦਸਤਾ ਆ ਗੁਰੂ ਬਾਬਾ ਜੀ ਨੇ ਜਗਤ ਨੂੰ ਰੋਸ਼ਨ ਕਰਨ ਵਾਸਤੇ, ਤੇ ਫਿਰ ਸਦੀਵ ਕਾਲੀ ਰੋਸ਼ਨੀ। ਇਹ ਨਹੀਂ, ਇਹੀ ਫਰਕ ਆ। ਇਹਨੂੰ ਵਾਈਂਡ ਅਪ ਕਰਦਿਆਂ ਹੋਇਆਂ ਮੈਂ ਆਖਰੀ ਬਚਨ ਨੂੰ ਸਰੂਪ ਵਿੱਚ ਕਹਿ ਕੇ ਵਾਈਂਡ ਅਪ ਕਰ ਦਿੰਦਾ ਵਾਂ, ਕਿਉਂਕਿ ਜਿਹੜਾ ਬਚਨ ਆਇਆ ਕਿ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਵਾ, ਜਗ ਚਾਨਣ ਹੋਵਾ, ਜਗਤ 'ਚ ਰੋਸ਼ਨੀ ਹੋ ਗਈ। ਤੇ ਰੋਸ਼ਨੀ ਯਦਾ ਕਦਾ ਐਗਜ਼ੈਕਟਲੀ ਐਜ਼ ਇਟ ਇਜ਼, ਸਦਾ ਤੋਂ ਲੈ ਕੇ ਸਦਾ ਤੱਕ ਫੋਰਐਵਰ ਕਾਇਮ ਰਹੇਗੀ। ਸਾਡੇ ਗੁਰਮਤਿ ਕਾਲਜ ਪਟਿਆਲਾ ਦੇ ਬੜੇ ਦਾਨਸ਼ਮੰਦਰੂ ਸੰਤਰੂ ਸੰਤ ਗੁਰਮੁਖ ਸਿੰਘ ਜੀ ਉਹ ਹੁੰਦੇ ਸੀ। ਅਕਸਰ ਉਹਨਾਂ ਨੇ ਪਟਿਆਲੇ ਉਹਨਾਂ ਨੇ ਗੁਰਪੁਰਬ ਮਨਾਉਣਾ ਜਦੋਂ, ਤੇ ਉਸ 'ਤੇ ਸ਼ਹਿਰ ਦੇ ਕੁਝ ਲੋਕਾਂ ਨੇ ਆਉਣਾ। ਸਾਨੂੰ ਸਾਡੇ ਪ੍ਰੋਫੈਸਰ ਸਾਹਿਬ ਦੱਸਦੇ ਹੁੰਦੇ, ਉਹ ਕਹਿੰਦੇ ਕਿ ਗੁਰਪੁਰਬ ਮਨਾਇਆ ਜਾ ਰਿਹਾ ਤੇ ਇੱਕ ਸ਼ਹਿਰ ਤੋਂ ਟੀਚਰ ਆ ਗਏ, ਤੇ ਉਹ ਕਹਿੰਦੇ ਜੀ ਮੈਨੂੰ ਵੀ ਇੱਕ ਕਵਿਤਾ ਪੜ੍ਹਨ ਦਾ ਮੌਕਾ ਦਿੱਤਾ ਜਾਏ। ਉਹਨਾਂ ਕਿਹਾ ਠੀਕ ਹੈ ਜੀ। ਉਹਨਾਂ ਨੇ ਆਪਣੇ ਜਿਹੜਾ ਹੈਗਾ ਸਟੇਜ ਸੈਕਟਰੀ ਨੂੰ ਕਿਹਾ ਭਾਈ ਮੌਕਾ ਦਿਓ। ਸਟੇਜ ਸੈਕਟਰੀ ਨੇ ਜਾ ਕੇ ਮੌਕਾ ਦਿੱਤਾ, ਤੇ ਉਸਨੇ ਇੱਕ ਕਵਿਤਾ ਗਾਈ ਕਿ ਸਤਿਗੁਰੂ ਨਾਨਕ ਆ ਜਾ ਦੁਨੀਆ ਪੁਕਾਰਦੀ, ਤੂੰ ਗੇੜਾ ਲਾ ਜਾ, ਇਸ ਕਿਸਮ ਦੀ ਕੁਝ ਚੀਜ਼ ਗਾਈ ਉਹਨੇ। ਤੇ ਬਾਬਾ ਜੀ ਸਾਰਾ ਬੜੇ ਧਿਆਨ ਨਾਲ ਸੁਣਦੇ ਰਹੇ। ਸੁਣ ਕੇ ਜਦੋਂ ਬੀਬੀ ਜੀ ਹਟ ਗਏ, ਤੇ ਉਹ ਕਹਿੰਦੇ ਬੀਬੀ ਜੀ ਇੱਕ ਪਲ ਮਾਈਕ 'ਤੇ ਰਹੋ, ਮੈਂ ਤੁਹਾਨੂੰ ਕੁਝ ਇੱਕ ਦੋ ਗੱਲਾਂ ਪੁੱਛਣੀਆਂ ਨੇ। ਤੁਸੀਂ ਬੜੇ ਵਜਦ 'ਚ ਆ ਕੇ ਬਾਤ ਗਾਈ ਹੈ ਵੀ ਸਤਿਗੁਰੂ ਨਾਨਕ ਆ ਜਾ ਦੁਨੀਆ ਪੁਕਾਰਦੀ ਹੈ ਤੈਨੂੰ। ਸਪੋਜ਼ ਜੇ ਗੁਰੂ ਨਾਨਕ ਸਾਹਿਬ ਆ ਜਾਣ, ਬੀਬੀ ਜੀ ਇੱਕ ਪਲ ਤੁਹਾਡੀ ਗੱਲ ਸੁਣ ਕੇ, ਤੇ ਆਪਾਂ ਗੁਰੂ ਨਾਨਕ ਸਾਹਿਬ ਨੂੰ ਬਿਠਾਵਾਂਗੇ ਕਿੱਥੇ? ਮੈਨੂੰ ਇਹ ਦੱਸੋ। ਕਿਉਂਕਿ ਗੱਦੀ 'ਤੇ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਨੇ, ਤੇ ਥੱਲੇ ਸੰਗਤ 'ਚ ਅਸੀਂ ਸਾਰੇ ਸੰਗਤ ਗੁਰੂ ਮਹਾਰਾਜ ਜੀ ਦੇ ਜਿਹੜਾ ਸਿੱਖ ਲੋਕ ਉਹ ਮੌਜੂਦ ਆ। ਗੁਰੂ ਸਾਹਿਬ ਨੂੰ ਕਿੱਥੇ ਬਿਠਾਵਾਂਗੇ? ਉਹ ਦੋ ਪਲ ਲਈ ਚੁੱਪ ਕਰ ਗਈ। ਕਹਿਣ ਲੱਗੀ ਜੀ ਬਾਬਾ ਜੀ ਮੈਨੂੰ ਗੱਲ ਸਮਝ ਨਹੀਂ ਲੱਗੀ। ਕਹਿੰਦੇ ਬੀਬੀ ਜੀ ਗੱਲ ਨੂੰ ਸਮਝੋ, ਸਤਿਗੁਰੂ ਨਾਨਕ ਇੱਕ ਵਾਰ ਪ੍ਰਗਟ ਹੋਇਆ ਤੇ ਸਦਾ ਲਈ ਇੱਥੇ ਹੀ ਹੈ, ਫੋਰਐਵਰ। ਕਿਉਂਕਿ ਕਹਿੰਦੇ ਨੇ ਕਿ ਪਾ ਬਾਣੀ ਦਾ ਚੋਲਾ ਬਾਬੇ ਰੂਪ ਵਟਾਇਆ ਕੈਸਾ। ਬਾਬੇ ਨੇ ਆਪਣਾ ਚੋਗਾ ਹੀ ਬਦਲ ਲਿਆ, ਤੇ ਚੋਗਾ ਕੀ ਕਰ ਦਿੱਤਾ? ਸ਼ਬਦ ਦਾ ਕਰ ਦਿੱਤਾ। ਜਿਹੜਾ ਬਾਤ ਹੋਈ ਨਾ ਵੀ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ, ਉਹ ਜਗਤ ਦੀ ਰੋਸ਼ਨੀ ਸ਼ਮਾ ਸ਼ਬਦ ਦੇ ਰੂਪ ਵਿੱਚ, ਗੁਰੂ ਉਪਦੇਸ਼ ਦੇ ਰੂਪ ਵਿੱਚ ਸਦਾ ਤੋਂ ਲੈ ਕੇ ਸਦਾ ਤੱਕ ਬਲਦੀ ਹੈ। ਫਿਰ ਉਹਦੇ 'ਚ ਜ਼ਿਕਰ ਇਸ ਲੈਵਲ 'ਤੇ ਬਾਤ ਕੀਤੀ ਕਿ ਮਿੱਟੀ ਧੁੰਦ ਜਗ ਚਾਨਣ ਹੋਵਾ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਵਾ। ਮੈਂ ਉਸ ਦਿਨ ਬੜੀ ਡਿਟੇਲ 'ਚ ਬਾਤ ਕੀਤੀ ਸੀ। ਤਾਰੇ ਛਪਣ ਦੇ ਮਾਇਨੇ, ਤਾਰਿਆਂ ਨੂੰ ਮਟੇਣਾ ਸੂਰਜ ਦਾ ਕੰਮ ਨਹੀਂਗਾ, ਤਾਰਿਆਂ ਦੀ ਰੌਸ਼ਨੀ ਨੂੰ ਆਪਣੀ ਰੌਸ਼ਨੀ 'ਚ ਮਰਜ ਕਰ ਲੈਣਾ। ਗੁਰੂ ਬਾਬਾ ਜੀ ਨੇ, ਅੱਜ ਅਸੀਂ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਸੈਕੂਲਰਿਜ਼ਮ ਦੀ ਬਾਤ ਕਰਦੇ ਹੈਗੇ ਹਾਂ। ਗੁਰੂ ਨਾਨਕ ਸਾਹਿਬ ਤੋਂ ਵੱਡੀ ਸੈਕੂਲਰਿਜ਼ਮ ਦੀ ਐਗਜ਼ਾਮਪਲ ਕਿਹੜੀ ਹੋਏਗੀ? ਜਿਹੜੀ ਅੱਜ ਮਲਟੀ ਫੇਥ ਮਲਟੀ ਕਲਚਰਲਿਜ਼ਮ ਦੀ ਸਾਰੀ ਬਾਤ ਕਿਤੇ ਨਾ ਕਿਤੇ ਪ੍ਰੈਕਟੀਕਲੀ ਅਸੀਂ ਵੇਖ ਰਹੇ ਹਾਂ ਹੰਡਾਉਂਦਿਆਂ ਹੋਇਆਂ, ਜਿਹਨੂੰ ਸਹੀ ਰੂਪ ਦੇ ਵਿੱਚ ਮੈਡੀਵਲ ਪੀਰੀਅਡ ਤੋਂ ਲਿਆਂਦਾ ਜਾਏ ਤੇ ਗੁਰੂ ਨਾਨਕ ਸਾਹਿਬ ਦੇ ਸਕੂਲ ਆਫ ਥਾਟ ਨਾਲ ਆਏਗੀ।
ਇਸ ਨੂੰ ਤੁਸੀਂ ਤੇ ਇਹ ਵੀ ਚੀਜ਼ ਆ ਕਲੋਨੀਅਲ ਇੰਪੈਕਟ ਵਿੱਚੋਂ ਮੁਲਕ ਨੇਸ਼ਨ ਸਾਰੇ ਬਿਲਡ ਹੋਏ ਨੇ ਤੇ ਕਲੋਨੀਅਲ ਇੰਪੈਕਟ ਦੇ ਵਿੱਚ ਜਿਹੜਾ ਖਾਸ ਕਰਕੇ ਯੂਰਪੀਅਨ ਤੇ ਬ੍ਰਿਟਿਸ਼ ਨੇ ਕੱਲਾ ਦੁਨੀਆ ਦਾ ਦੌਲਤ ਸਰਮਾਇਆ ਪੈਸਾ ਜ਼ਮੀਨਾਂ ਇਹ ਨਹੀਂ ਇਕੱਠੀਆਂ ਕੀਤੀਆਂ ਬਲਕਿ ਜਿੱਥੇ ਜਿਹੜੇ ਡਿਫਰੈਂਟ ਸਕੂਲ ਆਫ ਥਾਟ ਸੀਗੇ ਉਹਨਾਂ ਦਾ ਐਕਸਪੋਜ਼ਰ ਵੀ ਉਹਨਾਂ ਨੂੰ ਵੱਡੇ ਲੈਵਲ ਤੇ ਮਿਲਿਆ। ਪੰਜਾਬ ਦੀ ਫਿਜ਼ਾਨ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਢਾਣ ਲੱਗਿਆ ਕਿੰਨੀ ਮੁਸ਼ਕਲ ਹੋਈ ਇਹਨਾਂ ਨੂੰ। ਵੱਡਾ ਕਾਰਨ ਕੀ ਸੀਗਾ ਇਹਦਾ? ਜੰਗਨਾਮਾ ਸ਼ਾਹ ਮੁਹੰਮਦ ਦਾ ਪੜ੍ਹ ਕੇ ਲੱਗਦਾ ਹੈ ਜਦੋਂ ਇਹ ਜ਼ਿਕਰ ਕਰਦਾ ਹੈ ਮੰਗੇ ਖਾਂ ਤੇ ਮੇਵਾ ਸਿੰਘ ਹੋਏ ਸਿੱਧੇ ਹੱਲੇ 3 ਫਿਰੰਗੀ ਦੇ ਮੋੜ ਸੁੱਟੇ ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿਬੂਆਂ ਲਹੂ ਨਿਚੋੜ ਸੁੱਟੇ। ਉਹ ਇੱਕ ਅਜੀਬ ਕਿਸਮ ਦੀ ਉੱਥੇ ਇੱਕ ਹੱਕ ਵਿਖਾਉਂਦਾ ਹੈ, ਕਹਿੰਦਾ ਮੰਗੇ ਖਾਂ ਤੇ ਮੇਵਾ ਸਿੰਘ ਦੋ ਟੋਟਲੀ ਡਿਫਰੈਂਟ ਧਾਰਮਿਕ ਸਕੂਲ ਨਜ਼ਰ ਪੈਂਦੇ ਨੇ। ਮੰਗੇ ਖਾਂ ਮੁਸਲਮਾਨ ਆ ਰਿਹਾ ਹੈ, ਮੇਵਾ ਸਿੰਘ ਸਿੱਖ ਇੱਕ ਡਿਫਰੈਂਟ ਸਕੂਲ ਆਫ ਥਾਟ ਤੋਂ ਆ ਰਿਹਾ ਹੈ। ਉਸ ਸਰਜ਼ਮੀਨ ਤੇ ਇਕੱਠੇ ਹੋ ਕੇ ਲੜ ਰਹੇ ਨੇ। ਇਹ ਕੈਸੀ ਹਾਲਤ ਆ। ਇਸ ਚੀਜ਼ ਨੂੰ ਤੋੜਨ ਲੱਗਿਆ ਗੋਰੇ ਨੂੰ ਬਹੁਤ ਸਮਾਂ ਲੱਗਾ ਤੇ ਉਸ ਪਰ ਇਹ ਚੀਜ਼ ਰਹੀ। ਉਹਨੇ ਕਿਹਾ ਜੇ ਕੋਈ ਸੁਸਾਇਟੀ ਇਹੋ ਜਿਹੀ ਬਿਲਡ ਕਰਨੀ ਹੈ ਆਪ ਉਸ ਤੋਂ ਬਾਅਦ ਦੇਖੋਗੇ ਇਹਨਾਂ ਮੁਲਕਾਂ ਦੇ ਵਿੱਚ ਵੀ ਤੇ ਯੂਰਪ ਦੇ ਵਿੱਚ ਤੇ ਬ੍ਰਿਟਿਸ਼ ਖਾਸ ਕਰਕੇ ਕਲਚਰ ਦੇ ਵਿੱਚ ਵੱਡੇ ਲੈਵਲ ਤੇ ਉਹ ਜਿਹੜੀ ਉਹਨਾਂ ਦੀ ਸਾਰੀ ਉਹ ਹੈ ਉਹਨਾਂ ਦਾ ਕਲਚਰ ਆ ਉਹ ਇੱਕ ਤਰ੍ਹਾਂ ਦਾ ਮਲਟੀ ਫੇਥ ਜਾਂ ਮਲਟੀ ਕਲਚਰਲਿਜ਼ਮ ਨੂੰ ਪ੍ਰਮੋਟ ਕਰਦਾ ਹੋਇਆ ਮਿਲਦਾ ਆ। ਤੇ ਉਸ ਤੋਂ ਬਾਅਦ ਸਮਾਜਾਂ ਦੇ ਵਿੱਚ ਇੱਕ ਦੂਜੇ ਨੂੰ ਟੋਲਰੇਟ ਕਰਨਾ ਜਿਹੜੀ ਇੰਟੋਲਰੈਂਸ ਹੈ ਇਹ ਵੱਧਣੀ ਸ਼ੁਰੂ ਹੁੰਦੀ ਹੈ। ਜਿਹੜਾ ਇੱਕ ਦੂਜੇ ਦੇ ਨਾਲ ਸਨੇਹਤਾ ਆ ਇਹਦਾ ਅਸੀਂ ਲੈਵਲ ਦੇਖਦੇ ਹਾਂ। ਜਿਹੜੀ ਵਰਲਡ ਹਾਰਮੋਨੀ ਦੀ ਗੱਲ ਕੀਤੀ ਜਾਂਦੀ ਹੈ, ਜਿਹੜੀ ਸੰਸਾਰ ਦੇ ਕਲਿਆਣ ਹਿਤ ਸਦਭਾਵਨਾ ਦੀ ਗੱਲ ਕੀਤੀ ਜਾਂਦੀ ਹੈ, ਸਾਨੂੰ ਇਹ ਨਜ਼ਰਿਆਬ ਹੁੰਦੀ ਹੈ। ਸੋ ਇਹ ਹੈ ਕਿ ਜਿਉਂਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ ਸਿੰਘ ਬੁੱਕੇ ਮਿਰਗਾਵਲੀ। ਜਦੋਂ ਸਿੰਘ ਬੁੱਕਦਾ ਆ, ਜਦੋਂ ਖਾਸ ਕਰਕੇ ਲਾਇਨਸ ਦਾ ਰੋਰ ਜਿਹੜਾ ਆ ਉਹਦੀ ਦਹਾੜ ਪੈਂਦੀ ਹੈ, ਮਿਰਗਾਂ ਦੀਆਂ ਡਾਰਾਂ ਉਹਨਾਂ ਨੂੰ ਖਲੋਣਾ ਤੇ ਇੱਕ ਪਾਸੇ ਨੂੰ ਖਲੋਣ ਦੀ ਧੀਰਜ ਵੀ ਨਹੀਂ ਬੱਝ ਪਾਉਂਦਾ ਉਹਨਾਂ ਨੂੰ। ਜਿਹੜੀ ਇਹ ਚੀਜ਼ ਆ ਜੀਵਨ ਦੇ ਹਰ ਕਮਜ਼ੋਰ ਰੰਗ ਨੂੰ ਗੁਰੂ ਨਾਨਕ ਸਾਹਿਬ ਵੰਗਾਰ ਹੈ, ਗੁਰੂ ਨਾਨਕ ਸਾਹਿਬ ਦਹਾੜ ਹੈ। ਜਿਹਦੀ ਉਸ ਦਿਨ ਮੈਂ ਬਾਤ ਕਰ ਰਿਹਾ ਸੀਗਾ ਕਿ ਗੁਰਸ਼ਬਦੀ ਗੋਬਿੰਦ ਗੱਜਿਆ, ਗੁਰੂ ਕੇ ਸ਼ਬਦ ਦੇ ਜ਼ਰੀਏ ਗੋਬਿੰਦ ਦੇ ਗੁਣਾਂ ਦਾ ਗੱਜਣਾ ਹੁੰਦਾ ਆ। ਉਹਨਾਂ ਦੀ ਆਮਦ ਆਉਂਦੀ ਹੈ ਤੇ ਉਹ ਆਮਦ ਧਰਤੀ ਤੇ ਉਸੇ ਖਿੱਤੇ ਦੇ ਵਿੱਚ ਇੱਕ ਦਿਨ ਰਣਜੀਤ ਨਗਾਰੇ ਦੇ ਰੂਪ ਦੇ ਵਿੱਚ, ਕਿਉਂਕਿ ਇਹ ਗੁਰੂ ਨਾਨਕ ਸਾਹਿਬ ਦੀ ਬਾਤ ਹੈ। ਜੇ ਤੁਸੀਂ ਬਚਨ ਪੜ੍ਹਦੇ ਹੈਗੇ ਆ ਕਿ ਜੋ ਤੋ ਪ੍ਰੇਮ ਖਿਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤਮਾਰਗ ਪੈਰ ਤਰੀਜੈ ਸਿਰ ਦੀਜੈ ਕਾਨ ਨ ਕੀਜੈ। ਇਹ ਸ਼ੁਰੂਆਤ ਹੈ ਤੇ ਇਹ ਬੀਜ ਜਦੋਂ ਬੀਜਿਆ, ਜਦੋਂ ਇਸ ਬੀਜ ਨੂੰ ਵੱਡੇ ਹੁੰਦੇ ਨੂੰ ਦੇਖਦੇ ਆ ਤੇ ਇਹਨੂੰ ਫਲ ਪੈਂਦੇ ਨੂੰ ਦੇਖਦੇ ਆ ਤਾਂ ਉਸ ਫਲ ਦੇ ਵਿੱਚੋਂ ਫਿਰ ਸਾਨੂੰ ਰਣਜੀਤ ਨਗਾਰੇ ਦੀ ਗੂੰਜ ਨਜ਼ਰ ਪੈਂਦੀ ਹੈ। ਉਸ ਖਿੱਤੇ ਦੀ ਹੋਣੀ, ਧਰਤੀ ਦਾ ਪੂਰਾ ਪਸਾਰਾ ਬਦਲਦਾ ਨਜ਼ਰ ਪੈਂਦਾ ਹੈ। ਇਹ ਹੈ ਸਿੰਘ ਬੁੱਕੇ ਮਿਰਗਾਵਲੀ ਪੰਨੀ ਜਾਏ ਨਾ ਤੀਰਥ ਰੋਵਾ। ਫਿਰ ਇਹੀ ਨਹੀਂ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਨ ਸੋਵਾ। ਬਾਬੇ ਦੇ ਪੈਰ ਧਰਨ ਦੇ ਨਾਲ ਉਹ ਜਗ੍ਹਾ ਪੂਜਾ ਦੇ ਕਾਬਿਲ ਹੋ ਗਈ, ਸਥਾਪਨ ਦੇ ਕਾਬਿਲ ਹੋ ਗਈ। ਦੇਖੋ ਇਹ ਕਿਹਾ ਗਿਆ ਗੁਰੂ ਨਾਨਕ ਸਾਹਿਬ ਨੇ ਕਦੀ ਸੁਲਤਾਨਪੁਰ 'ਚ ਮੋਦੀ ਖਾਨੇ ਦੀ ਕਾਰ ਕੀਤੀ, ਮੋਦੀ ਖਾਨੇ ਦਾ ਵਿਹਾਰ ਕੀਤਾ ਉਸ ਜਗ੍ਹਾ ਤੇ ਬੈਠ ਕੇ। ਤੇ ਉਹ ਜਗ੍ਹਾ ਜਿੱਥੇ ਕਦੀ ਬਿਜ਼ਨਸ ਕੀਤਾ ਗਿਆ ਸੀਗਾ, ਉਹ ਸਪਿਰਿਚੁਅਲ ਆਈਡੈਂਟੀਟੀ, ਇੱਕ ਸਪਿਰਿਚੁਅਲ ਜਿਹੜੀ ਹੈ ਇੱਕ ਤਰ੍ਹਾਂ ਦੇ ਨਾਲ ਉਸ ਰੂਹਾਨੀ ਫਿਜ਼ਾਂ ਦੇ ਰੂਪ ਦੇ ਵਿੱਚ ਫੈਲੀ। ਅੱਜ ਉੱਥੇ ਗੁਰਦੁਆਰਾ ਸਾਹਿਬ ਸਥਾਪਿਤ ਹੈ। ਹਜ਼ਾਰਾਂ ਸੀਸ ਜਾ ਕੇ ਝੁਕਦੇ ਨੇ ਉਸ ਰੂਪ ਦੇ ਵਿੱਚ। ਸੋ ਬਾਬੇ ਦੀ ਇਹ ਪਾਇਆ ਇਸ ਧਰਤੀ ਨੂੰ ਕਲਿਆਣ ਹਿੱਤ ਕਰਨ ਵਾਸਤੇ ਸੀਗੀ। ਬਾਕੀ ਇਹ ਹੈ ਇਸ ਵਾਰ ਦੀ ਪੌੜੀ ਤੇ ਕੁਝ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀ ਸਿੱਧੇ ਤੌਰ ਤੇ ਉਹਨਾਂ ਦੀ ਜੀਵਨ ਆਬਾ ਦੀ ਬਾਤ ਪਾਉਂਦਿਆਂ ਹੋਇਆਂ ਸ਼ਾਮ ਦੇ ਦੀਵਾਨ ਦੇ ਵਿੱਚ ਖਾਕਸਾਰ ਆਪ ਜੀ ਦੇ ਹਾਜ਼ਰੀ ਵਾਸਤੇ ਹਾਜ਼ਰ ਹੋਏਗਾ। 6:20 ਤੋਂ 7 ਲਾਈਵ ਜੋ ਸੰਗਤਾਂ ਸੁਣ ਰਹੀਆਂ ਨੇ, ਮਾਣ ਰਹੀਆਂ ਨੇ, ਉਹਨਾਂ ਨੂੰ ਇਤਨੀ ਕੁ ਮੈਂ ਬੇਨਤੀ ਕਰਦੇ ਹਾਂ, ਗੁਰਦੁਆਰਾ ਸਾਹਿਬ ਨਤਮਸਤਕ ਹੋਣ ਲਈ ਆਉਣਾ ਹੈ। ਅਰੇਂਜਮੈਂਟ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਬੜੇ ਖੂਬਸੂਰਤ ਰੂਪ ਵਿੱਚ ਕੀਤਾ ਹੈ। COVID-19 ਦੀਆਂ ਜਿਹੜੀਆਂ ਕੰਪਲੀਟ ਇੰਸਟਰਕਸ਼ਨਸ ਨੇ they are totally following 100% and at the same time ਉਹ ਫੈਸਿਲੀਟੇਟ ਵੀ ਕਰ ਰਹੇ ਨੇ। ਜੇ ਕੋਈ ਗੁਰੂ ਨਾਨਕ ਨਾਮ ਲੇਵਾ ਇਸ ਅਕੀਦਤ ਅਦਾ ਕਰਨ ਵਾਸਤੇ ਇਸ ਸਮੇਂ ਗੁਰੂ ਮਹਾਰਾਜ ਦੇ ਹਜ਼ੂਰ ਆਮਦ ਲਾਉਣਾ ਚਾਹੁੰਦਾ, ਆਉਣਾ ਚਾਹੁੰਦਾ, ਨਮਸਕਾਰ ਕਰਨਾ ਚਾਹੁੰਦਾ ਹੈ, ਮੇਰੇ ਵੱਲੋਂ ਸਮੁੱਚੀ ਖਲਕਤ ਕਾਇਨਾਤ ਨੂੰ ਗੁਰੂ ਨਾਨਕ ਸਾਹਿਬ ਦੇ ਪੁਰਬ ਦੀ ਇੰਤਹਾ ਮੁਬਾਰਕਬਾਦ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ। ਰਾਗੀ ਵੀਰ ਆਏ ਨੇ, ਅਗਲਾ ਸਮਾਗਮ ਬੜੇ ਸੁੰਦਰ ਤਰੀਕੇ ਨਾਲ ਤੁਹਾਡੇ ਸਾਹਮਣੇ ਪ੍ਰੈਜ਼ੈਂਟ ਕਰਨਗੇ। ਮੈਂ ਇੱਥੇ ਇਜਾਜ਼ਤ ਚਾਹਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।